ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਕੋਟ ਪਰਾਧ ਹਮਾਰੇ ਖੰਡਹੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਖਨਹਾਰ ਦਇਆਲਾ, ਨਾਨਕ ਘਰ ਕੇ ਗੁਲੇ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਭਿਖਿਆ, ਸੇ ਫੇਰ ਗਰਭਾਸ ਨਾ ਭਰਿਆ ਰੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਤੇ ਦੂਰ ਦਰਾਡੇ ਬੈਠ ਕਰਕੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਸਤਿਗੁਰੂ ਜੀ ਦੇ ਪਾਵਨ ਸ਼ਬਦ ਨੂੰ ਆਪ ਜੀ ਸ਼ਰਵਣ ਕਰ ਰਹੇ ਹੋ ਤੇ ਗੁਰੂ ਕਿਰਪਾ ਸਦਕਾ ਆਪਾਂ
ਧੰਨ ਗੁਰੂ ਨਾਨਕ ਦੇਵ ਮਹਾਰਾਜ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਹੋਈ ਹੈ। ਤੇ ਕੱਲ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ 5 ਨੰਬਰ ਪੌੜੀ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਇਹਨਾਂ ਪੰਕਤੀਆਂ ਦੀ ਵਿਚਾਰ ਕੀਤੀ ਸੀ। ਆਓ ਆਪਾਂ ਯਤਨ ਕਰੀਏ ਇਸ ਤੋਂ ਅਗਲੇਰੀ ਵਿਚਾਰ ਕਰਨ ਦਾ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਪਣੇ ਦਰੋਂ ਬਖਸ਼ਿਸ਼ ਕਰਨ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੁ ਮੰਗਤ, ਜਨ ਕੋ ਸਦਾ ਰਹੋ ਰੰਗ ਰਾਤਾ। ਆਪਣੀ ਮਿਹਰ ਕਰਕੇ ਇਹਨਾਂ ਪਾਵਨ ਸ਼ਬਦਾਂ ਦੀ ਵਿਚਾਰ ਸਤਿਗੁਰੂ ਜੀ ਕਰਵਾ ਲੈਣ। ਸਮੂਹ ਸਾਧ ਸੰਗਤ ਵਿਚਾਰ ਦੀ ਪ੍ਰਾਰੰਭਤਾ ਦੀ ਆਪ ਜੀ ਆਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ, ਜਿਹਨੂੰ ਆਪਾਂ ਥਾਪ ਨਹੀਂ ਸਕਦੇ ਹਾਂ ਤੇ ਜਿਹਨੂੰ ਨਾ ਕੋਈ ਦੁਨੀਆ ਦਾ ਵਿਅਕਤੀ, ਨਾ ਕੋਈ ਦੇਵਤਾ ਸਥਾਪਨ ਕਰ ਸਕਦਾ ਹੈ। ਇਸੇ ਕਰਕੇ ਗੁਰੂ ਕੀ ਬਾਣੀ ਦੇ ਅੰਦਰ ਪਾਵਨ ਪਵਿੱਤਰ ਇਹ ਵਿਚਾਰ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਤਾਤ ਮਾਤ ਨਾ ਜਾਤ, ਜਾ ਕਰ ਜਨਮ ਮਰਨ ਵਿਹੀਨ। ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਮੁਬਾਰਕ ਰਸਨਾ ਨੂੰ ਪੜ੍ਹਦੇ ਹਾਂ, ਪਾਤਸ਼ਾਹ ਜੀ ਆਖਦੇ ਨੇ ਉਹ ਪਰਮਾਤਮਾ ਜਿਹਦਾ ਨਾ ਮਾਤਾ ਹੈ ਨਾ ਪਿਤਾ ਹੈ, ਤਾਤ ਨਾ ਮਾਤ ਨਾ ਜਾਤ, ਜਾ ਕਰ ਜਨਮ ਮਰਨ ਵਿਹੀਨ। ਨਾ ਕੋਈ ਜਾਤ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਜਿਹਦਾ ਮਾਤਾ ਪਿਤਾ ਨਹੀਂ ਹੈ ਤੇ ਉਹਦਾ ਜਨਮ ਵੀ ਕੋਈ ਨਹੀਂ ਹੈ ਤੇ ਨਾ ਹੀ ਉਹ ਥਾਪਿਆ ਜਾਣਾ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਇਹ ਜ਼ਿਕਰ ਮਿਲਦਾ ਹੈ। ਮਹਾਰਾਜ ਆਖਦੇ ਨੇ ਨਾ ਤਿਸ ਬਾਪ ਨਾ ਮਾਏ, ਕਿਨ ਤੂੰ ਜਾਇਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਨਾ ਤਿਸ ਬਾਪ ਨਾ ਮਾਏ, ਕਿਨ ਤੂੰ ਜਾਇਆ, ਭਾਵ ਕਿ ਤੈਨੂੰ ਕਿਹਨੇ ਜਨਮ ਦਿੱਤਾ ਹੈ। ਤੇ ਨਾ ਪਰਮਾਤਮਾ ਜਨਮ ਦੇ ਵਿੱਚ ਹੈ, ਨਾ ਪਰਮਾਤਮਾ ਮਰਨ ਦੇ ਵਿੱਚ ਹੈ, ਤੇ ਨਾ ਹੀ ਪਰਮਾਤਮਾ ਥਾਪਿਆ ਜਾਂਦਾ ਹੈ। ਪਰ ਜਦੋਂ ਆਪਾਂ ਗੁਰੂ ਸਾਹਿਬ ਜੀ ਦਾ ਜੀਵਨ ਦੇਖਦੇ ਹਾਂ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਸ ਨੂੰ ਸਤਿਗੁਰ ਥਾਪਿਆ ਤਿਸ ਮੇਟ ਨਾ ਸਕੈ ਕੋਏ। ਥਾਪਿਆ ਸ਼ਬਦ ਸਾਨੂੰ ਗੁਰੂ ਕੀ ਬਾਣੀ ਦੇ ਵਿੱਚੋਂ ਪੜ੍ਹਨ ਵਾਸਤੇ ਮਿਲਦਾ ਹੈ। ਜਿਹਨੂੰ ਸਤਿਗੁਰੂ ਜੀ ਆਪ ਥਾਪ ਦੇਣ ਤੇ ਸਾਧ ਸੰਗਤ ਜੀ ਉਹਨੂੰ ਦੁਨੀਆ ਦੀ ਕੋਈ ਤਾਕਤ ਖਤਮ ਵੀ ਨਹੀਂ ਕਰ ਸਕਦੀ। ਕਿਵੇਂ? ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਬਾਬਾ ਲਹਿਣਾ ਜੀ ਉਹਨਾਂ ਨੂੰ ਥਾਪਿਆ। ਜਿਹੜੀ ਆਪਣੀ ਜੋਤ ਸੀ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਨਾਦੀ ਪੁੱਤਰ, ਨਾਦੀ ਸੇਵਕ ਬਾਬਾ ਲਹਿਣਾ ਜੀ ਉਹਨਾਂ ਦੇ ਅੰਦਰ ਟਿਕਾ ਦਿੱਤੀ ਤੇ ਆਪਣੇ ਆਪ ਨੂੰ
ਸਾਧ ਸੰਗਤ ਜੀ ਬਾਬਾ ਲਹਿਣਾ ਜੀ ਦੇ ਅੰਦਰ ਉਹਨਾਂ ਨੇ ਥਾਪ ਦਿੱਤਾ। ਪਰ ਜਦੋਂ ਆਪਾਂ ਇਹ ਪਾਵਨ ਪਵਿੱਤਰ ਵਚਨ ਪੜ੍ਹਦੇ ਹਾਂ, ਪਾਤਸ਼ਾਹ ਜੀ ਆਖਦੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਥਾਪਿਆ ਨਹੀਂ ਜਾ ਸਕਦਾ, ਉਹ ਪਰਮਾਤਮਾ ਕਿਸੇ ਦਾ ਕੀਤਾ ਨਹੀਂ ਹੋ ਸਕਦਾ, ਤੇ ਉਹ ਪਰਮਾਤਮਾ ਆਪੇ ਆਪ ਨਿਰੰਜਨ। ਜਿਹੜਾ ਇਹ ਸ਼ਬਦ ਹੈ ਸਾਧ ਸੰਗਤ ਜੀ, ਨਿਰੰਜਨ, ਨਿਰ ਦਾ ਮਤਲਬ ਹੈ ਰਹਿਤ, ਨਿਰ ਦਾ ਮਤਲਬ ਹੈ ਸਾਧ ਸੰਗਤ ਜੀ, ਜਿਵੇਂ ਆਪਾਂ ਕਿਸੇ ਚੀਜ਼ ਨੂੰ ਨਵੇਕਲਾ ਕਰਨਾ ਹੋਵੇ, ਵੱਖਰਾ ਕਰਨਾ ਹੋਵੇ, ਪਾਤਸ਼ਾਹ ਜੀ ਆਖਦੇ ਨੇ ਅੰਜਨ ਤੋਂ ਰਹਿਤ। ਜਿਹੜਾ ਅੰਜਨ ਸ਼ਬਦ ਇਹ ਸੁਰਮੇ ਵਾਸਤੇ ਵਰਤਿਆ ਗਿਆ ਹੈ, ਤੇ ਸੁਰਮਾ ਸਾਧ ਸੰਗਤ ਜੀ ਉਹ ਕਾਲਖ ਦਾ ਪ੍ਰਤੀਕ ਹੈ, ਭਾਵ ਕਿ ਕਾਲਾ ਹੁੰਦਾ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਉਹ ਪਰਮਾਤਮਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਨਿਰਅੰਜਨ ਹੈ, ਭਾਵ ਕਿ ਉਹ ਪਰਮਾਤਮਾ ਮਾਇਆ ਦੇ ਵਿੱਚ ਨਹੀਂ ਆਉਣ ਵਾਲਾ। ਸਤਿਗੁਰੂ ਜੀ ਆਖਦੇ ਨੇ ਆਪੇ ਆਪ ਨਿਰੰਜਨ ਸੋਏ। ਆਪਾਂ ਵਿਚਾਰ ਕੀਤੀ ਸੀ, ਜਿਨ ਸੇਵਿਆ ਤਿਨ ਪਾਇਆ ਮਾਨ। ਫਿਰ ਇਹੋ ਜਿਹੇ ਪਰਮਾਤਮਾ ਨੂੰ ਜਿਨ੍ਹਾਂ ਨੇ ਸੇਵਿਆ ਹੈ, ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਭਜਨ ਕੀਤਾ ਹੈ, ਮਹਾਰਾਜ ਜੀ ਆਖਦੇ ਨੇ ਉਹਨਾਂ ਨੂੰ ਪਰਮਾਤਮਾ ਦੇ ਦਰ ਤੋਂ ਮਾਣ ਇੱਜ਼ਤ ਹਾਸਲ ਹੁੰਦੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿੱਥੇ ਪਰਮਾਤਮਾ ਨੂੰ ਸੇਵਣਾ ਹੈ, ਜਿੱਥੇ ਪਰਮਾਤਮਾ ਨੂੰ ਅਰਾਧਨਾ ਹੈ, ਮਹਾਰਾਜ ਆਖਦੇ ਨੇ ਉਸ ਪਰਮਾਤਮਾ ਦੇ ਗੁਣਾਂ ਦੇ, ਜਿਹੜਾ ਗੁਣਾਂ ਦਾ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਉਹਨੂੰ ਗਾਣਾ ਕਰ, ਉਹਨੂੰ ਸੁਣਨਾ ਕਰ। ਤੇ ਇਸੇ ਕਰਕੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਇੱਕ ਬਹੁਤ ਪਿਆਰੀ ਵਿਚਾਰ ਅਸਾਂ ਦੇ ਅੱਗੇ ਰੱਖੀ ਹੈ। ਜਦੋਂ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਵਚਨਾਂ ਨੂੰ ਪੜ੍ਹਦੇ ਹਾਂ, ਸਤਿਕਾਰਯੋਗ ਸਾਧ ਸੰਗਤ ਜੀਓ, ਦੇਖੋ ਇੱਥੇ ਗੱਲ ਕੀਤੀ ਹੈ, ਮਹਾਰਾਜ ਆਖ ਨਾਨਕ ਗਾਵੀਐ ਗੁਣੀ ਨਿਧਾਨ, ਭਾਵ ਕਿ ਪਰਮਾਤਮਾ ਨੂੰ ਗਾਇਆ ਜਾਵੇ। ਤੇ ਗਾਣ ਤੋਂ ਪਹਿਲਾਂ ਅਤ ਲਾਜ਼ਮੀ ਹੈ ਸੁਣਨਾ। ਇਸੇ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਦੇ ਨੇ ਕਿ ਇਹ ਗੱਲ ਯਾਦ ਰੱਖੋ ਸਾਧ ਸੰਗਤ ਜੀ, ਜਦੋਂ ਆਪਾਂ ਪਾਤਸ਼ਾਹ ਜੀ ਦਾ ਇਹ ਪਾਵਨ ਵਚਨ ਪੜ੍ਹਦੇ ਹਾਂ, ਮਹਾਰਾਜ ਜੀ ਆਖਦੇ ਨੇ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਜਿਹਬਾ ਦਾ ਮਤਲਬ ਹੈ ਜੀਵ। ਪਾਤਸ਼ਾਹ ਜੀ ਆਖਣ ਲੱਗੇ ਜਿਹਬਾ ਗੁਣ ਗੋਬਿੰਦ ਭਜੋ, ਆਪਣੀ ਜੀਭ ਤੋਂ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਵੇ। ਕਰਨ ਸੁਣੋ ਹਰ ਨਾਮ, ਆਪਣੇ ਕੰਨਾਂ ਤੋਂ ਪਰਮਾਤਮਾ ਦਾ ਨਾਮ ਸੁਣਿਆ ਜਾਵੇ। ਜਦੋਂ ਆਪਾਂ ਇਹਨਾਂ ਸ਼ਲੋਕਾਂ ਦੀ ਵਿਚਾਰ ਕੀਤੀ ਸੀ, ਉਸ ਵਕਤ ਮੈਂ ਇੱਥੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਜਿੱਥੇ ਸਾਡੇ ਇਹ ਸਰੀਰ ਦੇ 5 ਗਿਆਨ ਇੰਦਰੀ ਹੈ, ਸਾਧ ਸੰਗਤ ਜੀ ਸਾਡੀਆਂ ਅੱਖਾਂ, ਨਾਸਿਕਾ, ਨੱਕ, ਕੰਨ ਤੇ ਸਾਡੀ ਜੀਭ ਤੇ ਚਮੜੀ, ਇਹ ਸਾਡੇ ਸਰੀਰ ਦੇ ਗਿਆਨ ਇੰਦਰੀ ਹਨ। ਜਦੋਂ ਆਪਾਂ ਅੱਖਾਂ ਦੇ ਨਾਲ ਕੋਈ ਚੀਜ਼ ਦੇਖਦੇ ਹਾਂ ਤੇ ਅੱਖਾਂ ਸਾਧ ਸੰਗਤ ਜੀ ਸਾਡੇ ਬ੍ਰੇਨ ਨੂੰ, ਸਾਡੇ ਦਿਮਾਗ ਨੂੰ ਇੱਕ ਗਿਆਨ ਦਿੰਦੀਆਂ ਹੈ। ਇਸੇ ਤਰ੍ਹਾਂ ਜਦੋਂ ਆਪਾਂ ਕੰਨਾਂ ਦੇ ਨਾਲ ਕੋਈ ਚੀਜ਼ ਸੁਣਦੇ ਹਾਂ ਤੇ ਉਹ ਵੀ ਸਾਡਾ ਗਿਆਨ ਇੰਦਰਾ ਹੈ। ਜਦੋਂ ਆਪਾਂ ਨੱਕ ਦੀ ਗੱਲ ਕਰਦੇ ਹਾਂ, ਨੱਕ ਜਦੋਂ ਦੁਰਗੰਧੀ ਦੇ ਨਜ਼ਦੀਕ ਜਾਂਦਾ ਹੈ ਤਾਂ ਵੀ ਦੱਸਦਾ ਹੈ ਕਿ ਇੱਥੇ ਦੁਰਗੰਧ ਹੈ ਜਾਂ ਇੱਥੇ ਸੁਗੰਧ ਹੈ। ਤੇ ਇਸੇ ਤਰ੍ਹਾਂ ਸਾਡਾ ਜਿਹੜੀ ਜੀਭ ਹੈ ਉਹ ਵੀ ਸਾਡਾ ਗਿਆਨ ਇੰਦਰਾ ਹੈ। ਸਾਧ ਸੰਗਤ ਜੀ ਜੀਭ ਦੇ ਉੱਪਰ ਜਦੋਂ ਵੀ ਆਪਾਂ ਕੋਈ ਪਦਾਰਥ ਰੱਖਦੇ ਹਾਂ, ਉਹ ਪਦਾਰਥ ਮਿੱਠਾ ਹੈ, ਲੂਣਕਾ ਹੈ। ਸਾਡੀ ਜੀਭ ਜਿਹੜੀ ਇਹ ਗਿਆਨ ਹੀ ਸਾਧ ਸੰਗਤ ਜੀ ਇਹ ਬਖਸ਼ਿਸ਼ ਕਰਦੀ ਹੈ। ਤੇ ਇਸੇ ਤਰ੍ਹਾਂ ਸਾਡੀ ਚਮੜੀ ਵੀ ਇੱਕ ਗਿਆਨ ਇੰਦਰਾ ਹੈ।
ਸਾਧ ਸੰਗਤ ਜੀ ਭਾਵੇਂ ਕਿ ਬੰਦਾ ਕੋਈ ਰਾਤ ਨੂੰ ਸੁੱਤਾ ਹੋਵੇ, ਪਰ ਯਾਦ ਰੱਖਿਓ ਜਦੋਂ ਵੀ ਸਾਡੀ ਇਸ ਚਮੜੀ ਦੇ ਨਾਲ ਕੋਈ ਚੀਜ਼ ਟੱਚ ਕਰਦੀ ਹੈ, ਜਦੋਂ ਵੀ ਸਾਡੇ ਇਸ ਚਮੜੀ ਦੇ ਨਾਲ ਭਾਵੇਂ ਕੀੜੀ ਸਾਧ ਸੰਗਤ ਜੀ ਟੱਚ ਕਰ ਜਾਵੇ, ਉਸੇ ਵਕਤ ਇਹ ਚਮੜੀ ਵੀ ਸਾਨੂੰ ਗਿਆਨ ਦਿੰਦੀ ਹੈ ਕਿ ਇਸ ਚਮ ਦੇ ਨਾਲ ਕੋਈ ਚੀਜ਼ ਛੂਹੀ ਹੈ। ਤੇ ਇਸੇ ਕਰਕੇ ਜਿਹੜੇ ਸਾਡੇ ਗਿਆਨ ਇੰਦਰੇ ਹਨ, ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਖਦੇ ਨੇ ਇਹਨਾਂ ਦੀ ਸਹੀ ਵਰਤੋਂ ਕੀਤੀ ਜਾਵੇ। ਸਹੀ ਵਰਤੋਂ ਕੀ ਹੈ? ਤੇ ਵਿਦਵਾਨ ਲੋਕ ਆਖਦੇ ਨੇ ਕਿ ਜਿਹੜੇ ਸਾਡੇ ਕੰਨ ਹੈ, ਇੱਕ ਕੌਲ ਦੀ ਤਰ੍ਹਾਂ ਹੈ, ਇੱਕ ਭਾਂਡੇ ਦੀ ਤਰ੍ਹਾਂ ਹੈ। ਤੇ ਜਿਹੜੇ ਸਿਆਣੇ ਸਾਧ ਸੰਗਤ ਜੀ ਲੋਕ ਹੁੰਦੇ ਨੇ, ਤੇ ਜਿਹੜੇ ਭਾਂਡੇ ਦੇ ਵਿੱਚ ਵਸਤੂ ਪਾਉਂਦੇ ਨੇ, ਸਾਧ ਸੰਗਤ ਜੀ ਜੇ ਆਪਾਂ ਲੰਗਰ ਵਰਤਾਣਾ ਹੋਵੇ ਜਾਂ ਭਾਂਡੇ ਦੇ ਵਿੱਚ ਦੁੱਧ ਪਾਣਾ ਹੋਵੇ, ਸਿਆਣੇ ਲੋਕ ਸਾਧ ਸੰਗਤ ਜੀ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਦੇ ਆ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਜਿਹੜੇ ਸਾਡੇ ਕੰਨ ਹੈ, ਇੱਕ ਕੌਲ ਦੀ ਤਰ੍ਹਾਂ ਹੈ, ਇੱਕ ਭਾਂਡੇ ਦੀ ਤਰ੍ਹਾਂ ਹੈ। ਯਾਦ ਰੱਖੀ ਜਿਹੜੀ ਸਾਡੀ ਜੀਭ ਹੈ, ਇੱਕ ਕੜਛੀ ਦੀ ਤਰ੍ਹਾਂ ਹੈ। ਸਾਧ ਸੰਗਤ ਜੀਓ, ਇਹਨਾਂ ਭਾਂਡਿਆਂ ਦੇ ਵਿੱਚ ਆਪਾਂ ਜਿਹੋ ਜਿਹੀ ਚੀਜ਼ ਪਾਵਾਂਗੇ, ਕੜਛੀ ਨੇ ਉਹੋ ਹੀ ਚੀਜ਼ ਅੱਗੇ ਵਰਤਾਣੀ ਹੈ। ਉਦਾਹਰਨ ਦੇ ਤੌਰ ਤੇ ਜੇ ਆਪਾਂ ਕਿਸੇ ਭਾਂਡੇ ਦੇ ਵਿੱਚ ਦਾਲ ਪਾ ਲਈ ਤੇ ਕੜਛੀ ਉਹੀ ਦਾਲ ਅੱਗੇ ਵਰਤਾਵੇਗੀ, ਤੇ ਜੇ ਆਪਾਂ ਕਿਸੇ ਭਾਂਡੇ ਦੇ ਵਿੱਚ ਸਾਧ ਸੰਗਤ ਜੀ ਮਿੱਠਾ ਪਾ ਲਿਆ ਤੇ ਉਹੀ ਪਦਾਰਥ ਕੜਛੀ ਅੱਗੇ ਜਾ ਕੇ ਵਰਤਾਵੇਗੀ। ਇਸੇ ਤਰ੍ਹਾਂ ਜਿਹੜੇ ਸਾਡੇ ਕੰਨ ਹੈ, ਜੇ ਆਪਾਂ ਕੰਨਾਂ ਦੇ ਨਾਲ ਨਾਮ ਨੂੰ ਸੁਣਾਂਗੇ, ਜੇ ਆਪਾਂ ਇਹਨਾਂ ਕੰਨਾਂ ਦੇ ਵਿੱਚ ਵਿਚਾਰ ਪਰਮਾਤਮਾ ਦੀ ਬਾਣੀ ਨੂੰ ਸੁਣਾਂਗੇ, ਤੇ ਯਾਦ ਰੱਖਿਓ ਜਿਹੜੀ ਸਾਡੀ ਜੀਭ ਹੈ ਉਹ ਵੀ ਅੱਗੇ ਜਾ ਕੇ ਨਾਮ ਹੀ ਵਰਤਾਵੇਗੀ। ਤੇ ਜੇ ਆਪਾਂ ਇਹਨਾਂ ਕੰਨਾਂ ਦੇ ਵਿੱਚ ਸਾਧ ਸੰਗਤ ਜੀ ਭੈੜੀਆਂ ਗੱਲਾਂ ਦੁਰਮਤ ਨੂੰ ਪਾ ਲਿਆ, ਯਾਦ ਰੱਖਿਓ ਜਿਹੜੀ ਸਾਡੀ ਜੀਭ ਹੈ ਉਹੀ ਅੱਗੇ ਜਾ ਕੇ ਵਰਤਾਰਾ ਕਰੇਗੀ। ਇਹਦਾ ਮਤਲਬ ਹੈ ਕਿ ਪਹਿਲਾਂ ਕੰਨਾਂ ਤੋਂ ਸ਼ੁੱਧ ਸੁਣਨਾ ਪਵੇਗਾ, ਪਹਿਲਾਂ ਕੰਨਾਂ ਤੋਂ ਸਾਧ ਸੰਗਤ ਜੀ ਸਾਫ਼ ਸੁਣਨਾ ਪਵੇਗਾ। ਜੇ ਕੰਨਾਂ ਦੇ ਨਾਲ ਮਾੜੀਆਂ ਗੱਲਾਂ ਸੁਣਾਂਗੇ, ਜੇ ਕੰਨਾਂ ਦੇ ਨਾਲ ਸਾਧ ਸੰਗਤ ਜੀ ਭੈੜੀ ਮੱਤ ਨੂੰ ਸੁਣਾਂਗੇ, ਤੇ ਲਾਜ਼ਮ ਹੈ ਜੀਭ ਵੀ ਅੱਗੇ ਜਾ ਕੇ ਉਹੀ ਵਰਤਾਵੇਗੀ। ਇਸੇ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਦੇ ਨੇ, ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਆਪਣੇ ਕੰਨਾਂ ਦੇ ਨਾਲ ਤੂੰ ਨਾਮ ਨੂੰ ਸੁਣ, ਆਪਣੇ ਕੰਨਾਂ ਦੇ ਨਾਲ ਤੂੰ ਪਰਮਾਤਮਾ ਦੀ ਬਾਣੀ ਨੂੰ ਸੁਣ। ਇਸੇ ਕਰਕੇ ਕਬੀਰ ਸਾਹਿਬ ਆਖਦੇ ਨੇ, ਆਇਓ ਸੁਨਨ ਪੜਨ ਕੋ ਬਾਣੀ। ਜਿਹੜੇ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ ਪਰਮਾਤਮਾ ਦਾ ਨਾਮ ਸੁਣਨ ਵਾਸਤੇ ਤੇ ਪਰਮਾਤਮਾ ਦੀ ਬਾਣੀ ਸੁਣਨ ਵਾਸਤੇ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਜਦੋਂ ਤੂੰ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਸੁਣੂਗਾ ਤੇ ਆਪਣੀ ਰਸਨਾ ਤੋਂ ਪਰਮਾਤਮਾ ਦਾ ਨਾਮ ਜਪੂੰਗਾ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ, ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹੋ ਨਾਨਕ ਹਰ ਭਜ ਮਨਾ ਪਰਹਿ ਨਾ ਜਮ ਕੈ ਧਾਮ। ਤੇ ਜਦੋਂ ਤੂੰ ਭਜਨ ਬੰਦਗੀ ਕਰੂੰਗਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਦੇ ਨੇ, ਤੂੰ ਜਮਾਂ ਦੇ ਧਾਮ ਤੋਂ, ਜਮਾਂ ਦੀ ਮਾਰ ਤੋਂ ਤੇ ਜਮਾਂ ਦੇ ਘਰ ਤੋਂ ਤੇਰਾ ਬਚਾਅ ਹੋ ਜਾਵੇਗਾ, ਜਦੋਂ ਤੂੰ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਸੁਣੂਗਾ। ਇਸੇ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਦੇ ਨੇ ਕਿ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਉਸ ਗੁਣਾਂ ਦੇ ਖਜ਼ਾਨੇ ਨੂੰ ਗਾਣਾ ਕਰੋ, ਉਸ ਗੁਣਾਂ ਦੇ ਖਜ਼ਾਨੇ ਨੂੰ ਜਪਣਾ ਕਰੋ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ। ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਗਾਵੀਐ ਸੁਣੀਐ। ਹੁਣ ਇੱਥੇ ਦੋਨੇ ਗੱਲਾਂ ਫਿਰ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ। ਮਹਾਰਾਜ ਕਹਿੰਦੇ ਗਾ ਤੇ ਆਪਣੇ ਕੰਨਾਂ ਦੇ ਨਾਲ ਸੁਣ। ਮਹਾਰਾਜ ਕਹਿੰਦੇ ਮਨ ਰਖੀਐ ਭਾਉ। ਭਾਉ ਦਾ ਮਤਲਬ ਹੈ ਸਾਧ ਸੰਗਤ ਜੀ ਪ੍ਰੇਮ।
ਮਹਾਰਾਜ ਕਹਿੰਦੇ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਜਦੋਂ ਤੂੰ ਪਰਮਾਤਮਾ ਦਾ ਨਾਮ ਸੁਣੂਗਾ ਤੇ ਜਦੋਂ ਤੂੰ ਪਰਮਾਤਮਾ ਦੀ ਬੰਦਗੀ ਕਰੂੰਗਾ, ਯਾਦ ਰੱਖੀ ਉਹੀ ਪ੍ਰਵਾਨ ਹੋਣਾ ਹੈ। ਤੇ ਜੇ ਤੂੰ ਤੇਰੇ ਅੰਦਰ ਪ੍ਰੇਮ ਕੋਈ ਨਹੀਂ, ਪਿਆਰ ਕੋਈ ਨਹੀਂ, ਤੇ ਸਾਧ ਸੰਗਤ ਜੀ ਮਨ ਹੱਠ ਕਰਕੇ ਤੂੰ ਤਪ ਕਰਦਾ ਹੋਵੇਂ, ਮਹਾਰਾਜ ਆਖਦੇ ਉਹਦਾ ਕੋਈ ਲਾਭ ਨਹੀਂ ਹੋਣਾ। ਇਸੇ ਕਰਕੇ ਗੁਰੂ ਕੀ ਬਾਣੀ ਨੇ ਵਚਨ ਕੀਤਾ ਹੈ, ਪਾਤਸ਼ਾਹ ਜੀ ਆਖਦੇ ਨੇ ਕਿ ਜਿਹੜੇ ਲੋਕ ਮਨ ਹਠੀ ਹੋ ਕੇ ਹੱਠ ਕਰਕੇ ਤਪ ਕਰਦੇ ਨੇ, ਸਾਧ ਸੰਗਤ ਜੀ ਉਹਨਾਂ ਦੇ ਤਪ ਕਦਾਚਿਤ ਵੀ ਪ੍ਰਵਾਨ ਨਹੀਂ ਹੁੰਦੇ। ਮੇਰੀ ਕਹਿਣ ਤੋਂ ਮੁਰਾਦ ਹੈ ਕਿ ਜੇ ਸਾਡਾ ਦਿਲ ਨਾ ਮੰਨਦਾ ਹੋਵੇ, ਸਾਡਾ ਦਿਲ ਸਾਧ ਸੰਗਤ ਜੀ ਨਾ ਕਰਦਾ ਹੋਵੇ, ਆਪਾਂ ਹੱਠ ਕਰਕੇ ਕੰਮ ਕਰੀਏ, ਉਸ ਕੰਮ ਦੇ ਵਿੱਚ ਬਹੁਤਾ ਆਨੰਦ ਨਹੀਂ ਹੁੰਦਾ। ਪਰ ਜਦੋਂ ਬੰਦਾ ਕੋਈ ਪ੍ਰੇਮ ਦੇ ਵਿੱਚ, ਸ਼ਰਧਾ ਦੇ ਵਿੱਚ, ਪਿਆਰ ਦੇ ਵਿੱਚ ਆ ਕੇ ਉਸ ਕੰਮ ਨੂੰ ਕਰਦਾ ਹੈ, ਸਾਧ ਸੰਗਤ ਜੀ ਫਿਰ ਉਹਦੇ ਅੰਦਰ ਇੱਕ ਇਹੋ ਜਿਹੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਉਹ ਕੰਮ ਸਾਡਾ ਰਾਸ ਹੋ ਜਾਂਦਾ। ਉਦਾਹਰਨ ਤੌਰ ਤੇ ਸਾਧ ਸੰਗਤ ਜੀ ਇੱਕ ਦਿਨ ਅਕਬਰ ਬਾਦਸ਼ਾਹ ਦੇ ਕੋਲ ਤਾਨਸੈਨ ਗਾਣ ਵਾਸਤੇ ਆਇਆ। ਅਕਬਰ ਨੇ ਆਖਿਆ ਕਿ ਅੱਜ ਆਪਾਂ ਆਪਣੇ ਦਰਬਾਰ ਦੇ ਵਿੱਚ ਕੁਝ ਸੁਣਨਾ ਚਾਹੁੰਦੇ ਹਾਂ। ਤੇ ਅਕਬਰ ਆਖਣ ਲੱਗਿਆ ਕਿ ਸੁਣਨਾ ਵੀ ਇਹੋ ਜਿਹਾ ਜਿਹੜਾ ਤੇਰੇ ਵਚਨ ਹੈ ਉਹ ਸਾਡੇ ਮਨ ਨੂੰ ਟੁੰਬ ਕੇ ਰੱਖ ਦੇਣ। ਤੇ ਸਾਧ ਸੰਗਤ ਜੀ ਤਾਨਸੈਨ ਨੇ ਜਦੋਂ ਗਾਇਆ ਤੇ ਉਸ ਵਕਤ ਅਕਬਰ ਜਿਹੜਾ ਉਹ ਵਾਹ ਵਾਹ ਕਰ ਉਠਿਆ। ਤੇ ਅਕਬਰ ਨੇ ਆਪਣੇ ਵੱਲੋਂ ਸਾਧ ਸੰਗਤ ਜੀ ਆਪਣੇ ਗਲ ਦਾ ਇੱਕ ਕੈਂਠਾ ਉਤਾਰ ਕੇ ਤਾਨਸੈਨ ਦੇ ਗਲ ਦੇ ਵਿੱਚ ਪਾ ਦਿੱਤਾ ਕਿ ਆਹ ਤੇਰੀ ਸ਼ਾਬਾਸ਼ ਹੈ ਕਿ ਤੂੰ ਆਪਣੇ ਬੋਲਾਂ ਦੇ ਨਾਲ, ਤੂੰ ਆਪਣੇ ਰਾਗ ਦੇ ਨਾਲ ਸਾਡਾ ਮਨ ਖੁਸ਼ ਕੀਤਾ ਹੈ। ਪਰ ਨਾਲ ਹੀ ਅਕਬਰ ਨੇ ਇੱਕ ਗੱਲ ਆਖ ਦਿੱਤੀ ਕਿ ਜੇ ਤੂੰ ਇੰਨਾ ਸੋਹਣਾ ਗਾਉਂਦਾ ਹੈ ਤੇ ਜਿਹੜਾ ਤੇਰਾ ਉਸਤਾਦ ਹੋਵੇਗਾ, ਤੇਰਾ ਗੁਰੂ ਹੋਵੇਗਾ, ਉਹ ਕਿੰਨਾ ਕੁ ਵਧੀਆ ਗਾਉਂਦਾ ਹੋਵੇਗਾ, ਤੇ ਉਹਨੂੰ ਤੂੰ ਇੱਕ ਦਿਨ ਸਾਡੇ ਦਰਬਾਰ ਵਿੱਚ ਲੈ ਕੇ ਆ। ਤੇ ਤਾਨਸੈਨ ਨੇ ਇੱਕ ਗੱਲ ਆਖੀ ਬਹੁਤ ਪਿਆਰੀ। ਅਕਬਰ ਨੂੰ ਆਖਣ ਲੱਗਿਆ, ਬਾਦਸ਼ਾਹ ਮੈਂ ਗਾਉਂਦਾ ਜ਼ਰੂਰ ਹਾਂ, ਪਰ ਮੈਂ ਪੈਸਿਆਂ ਦੀ ਖਾਤਰ ਗਾਉਂਦਾ, ਮੈਂ ਧਨ ਦੌਲਤ ਦੀ ਖਾਤਰ ਗਾਉਂਦਾ ਹਾਂ। ਤੇ ਜਿਹੜਾ ਮੇਰਾ ਉਸਤਾਦ, ਮੇਰਾ ਗੁਰੂ ਹੈ, ਉਹਨੂੰ ਨਾ ਪੈਸੇ ਦਾ ਲਾਲਚ ਹੈ, ਨਾ ਦੌਲਤ ਦਾ ਲਾਲਚ ਹੈ, ਤੇ ਉਹ ਰੱਬ ਦੀ ਖਾਤਰ ਗਾਉਂਦਾ ਹੈ। ਤੇ ਉਹ ਕਦੇ ਵੀ ਕਿਸੇ ਦੇ ਦਰਬਾਰਾਂ ਦੇ ਵਿੱਚ ਆ ਕੇ ਨਹੀਂ ਗਾਉਂਦਾ। ਤੇ ਉਸ ਵਕਤ ਤਾਨਸੈਨ ਆਖਣ ਲੱਗਿਆ, ਜੇ ਤੁਸੀਂ ਉਹਨੂੰ ਸੁਣਨਾ ਹੈ ਤੁਹਾਨੂੰ ਆਪ ਚੱਲ ਕੇ ਉਹਦੇ ਕੋਲ ਜਾਣਾ ਪਵੇਗਾ। ਤੇ ਉਸ ਵਕਤ ਸਾਧ ਸੰਗਤ ਜੀ ਅਕਬਰ ਤਾਨਸੈਨ ਦੇ ਨਾਲ ਹਰੀਦਾਸ ਦੇ ਕੋਲ ਗਿਆ। ਤਾਨਸੈਨ ਦਾ ਗੁਰੂ ਸੀ ਹਰੀਦਾਸ। ਤੇ ਜਿਸ ਵਕਤ ਤਾਨਸੈਨ ਆਪਣੇ ਗੁਰੂ ਦੇ ਕੋਲ ਗਿਆ, ਜਾ ਕੇ ਨਮਸਕਾਰ ਕੀਤੀ ਤੇ ਆਖਣਾ ਕੀਤਾ ਕਿ ਆ ਅਕਬਰ ਬਾਦਸ਼ਾਹ ਹੈ ਤੇ ਤੁਹਾਡੇ ਕੋਲੋਂ ਇਹ ਰਾਗ ਸੁਣਨਾ ਚਾਹੁੰਦਾ ਹੈ। ਉਸ ਵਕਤ ਸਾਧ ਸੰਗਤ ਜੀ ਹਰੀਦਾਸ ਜੀ ਨੇ ਜਦੋਂ ਰਾਗ ਅਲਾਪਿਆ, ਧੁਨਾਂ ਨੂੰ ਛੇੜਿਆ ਤੇ ਸ਼ਬਦ ਨੂੰ ਗਾਇਆ, ਜਿਹੜਾ ਅਕਬਰ ਸੀ ਸਾਧ ਸੰਗਤ ਜੀ ਉਹ ਅੰਦਰੋਂ ਇੰਨਾ ਕੁ ਸਾਧ ਸੰਗਤ ਜੀ ਨਿਰਮਲ ਹੋਇਆ, ਭਾਵ ਕਿ ਉਹਦੇ ਅੱਖਾਂ ਦੇ ਵਿੱਚੋਂ ਹੰਝੂ ਆਣੇ ਸ਼ੁਰੂ ਹੋ ਗਏ, ਮਨ ਟਿਕ ਗਿਆ। ਤੇ ਜਿਸ ਵਕਤ ਰਾਗ ਦੀ ਸਮਾਪਤੀ ਹੋਈ ਤੇ ਅਕਬਰ ਨੇ ਕਿਹਾ, ਕਮਾਲ ਦੀ ਗੱਲ ਹੈ ਤਾਨਸੈਨ, ਇਹੀ ਜਿਹੜਾ ਰਾਗ ਸੀ ਤੂੰ ਅਲਾਪਿਆ ਸੀ, ਇਹੀ ਧੁਨਾਂ ਤੈਂ ਛੇੜੀਆਂ ਸੀ ਤੇ ਇਹੀ ਸ਼ਬਦ ਤੈਂ ਪੜ੍ਹਿਆ ਸੀ, ਪਰ ਕਿੰਨਾ ਕੁ ਫਰਕ ਹੈ। ਜਦੋਂ ਹਰੀਦਾਸ ਨੇ ਪੜ੍ਹਿਆ ਮਨ ਅੰਦਰੋਂ ਪਤੀਜ ਗਿਆ, ਪਰ ਜਦੋਂ ਤੂੰ ਪੜ੍ਹਿਆ ਮਨ ਖੁਸ਼ ਜ਼ਰੂਰ ਹੋਇਆ, ਪਰ ਆ ਆਨੰਦ ਨਹੀਂ ਆਇਆ। ਸਾਧ ਸੰਗਤ ਜੀ ਇਸੇ ਕਰਕੇ ਸਾਹਿਬ ਜੀ ਆਖਦੇ ਨੇ, ਜਿਹੜਾ ਮਨ ਦੇ ਨਾਲ, ਪ੍ਰੇਮ ਦੇ ਨਾਲ, ਚਾਉ ਦੇ ਨਾਲ ਸ਼ਬਦ ਨੂੰ ਪੜ੍ਹਦਾ ਹੈ, ਸ਼ਬਦ ਨੂੰ ਗਾਉਂਦਾ ਹੈ, ਮਹਾਰਾਜ ਆਖਦੇ ਨੇ ਗਾਵੀਐ ਸੁਣੀਐ ਮਨ ਰਖੀਐ ਭਾਓ। ਜਦੋਂ ਤੂੰ ਸ਼ਬਦ ਨੂੰ ਗਾਵੇਂਗਾ, ਜਦੋਂ ਸ਼ਬਦ ਨੂੰ ਸੁਣੇਗਾ, ਤੇਰੇ ਮਨ ਦੇ ਅੰਦਰ ਪ੍ਰੇਮ ਹੋਵੇ, ਤੇਰੇ ਮਨ ਦੇ ਅੰਦਰ ਸ਼ਰਧਾ ਹੋਵੇ, ਗਾਵੀਐ ਸੁਣੀਐ ਮਨ ਰਖੀਐ ਭਾਓ, ਮਹਾਰਾਜ ਕੀ ਹੋਵੇਗਾ? ਪਾਤਸ਼ਾਹ ਆਖਣ ਲੱਗੇ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਜਦੋਂ ਤੂੰ ਸ਼ਬਦ ਨੂੰ ਪ੍ਰੇਮ ਦੇ ਨਾਲ ਗਾਵੇਂਗਾ, ਜਿਹੜੇ ਤੇਰੇ ਦੁੱਖ ਹੈ ਉਹ ਪਰਮਾਤਮਾ ਉਹਨਾਂ ਨੂੰ ਹਰਨ ਕਰ ਦੇਵੇਗਾ।
ਪਰਮਾਤਮਾ ਉਹਨਾਂ ਨੂੰ ਪਰੇ ਕਰ ਦੇਵੇਗਾ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਤੇ ਇਸੇ ਕਰਕੇ ਸਾਹਿਬ ਜੀ ਨੇ ਬਚਨ ਕੀਤਾ ਹੈ, ਘਰ ਹੀ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਜਿਹੜਾ ਸੁਖ ਤੇਰੇ ਘਰ ਦੇ ਅੰਦਰ ਹੀ ਹੈ। ਸਾਧ ਸੰਗਤ ਜੀ, ਪਰ ਆਪਾਂ ਸੁਖ ਨੂੰ ਬਾਹਰ ਟੋਲਣ ਵਾਸਤੇ ਜਾਂਦੇ। ਪਾਤਸ਼ਾਹ ਜੀ ਆਖਦੇ ਨੇ ਸੁਖ ਤੇਰੇ ਘਰ ਦੇ ਅੰਦਰ ਹੀ ਹੈ। ਤੂੰ ਪਰਮਾਤਮਾ ਦੇ ਸ਼ਬਦ ਨੂੰ ਗਾਣਾ ਸ਼ੁਰੂ ਕਰ, ਤੂੰ ਪਰਮਾਤਮਾ ਦੇ ਸ਼ਬਦ ਨੂੰ ਜਪਣਾ ਸ਼ੁਰੂ ਕਰ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੋ ਘਰ ਲੈ ਜਾਏ। ਤੇ ਅਗਲੀ ਸ਼ਬਦ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾਂ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਅੱਗੇ ਫਿਰ ਵਿਚਾਰ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਜਿੱਥੇ ਆਖਦੇ ਨੇ, ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੋ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ। ਹੁਣ ਸਾਧ ਸੰਗਤ, ਜਿਹੜਾ ਨਾਦ ਸ਼ਬਦ ਹੈ ਉਹ ਵੈਸੇ ਨਾਦ ਆਵਾਜ਼ ਵਾਸਤੇ ਵਰਤਿਆ ਗਿਆ ਹੈ। ਆਵਾਜ਼ ਨੂੰ ਨਾਦ ਆਖਦੇ ਨੇ। ਤੇ ਸਾਧ ਸੰਗਤ ਜੀ, ਇੱਥੇ ਜਿਹੜਾ ਗੁਰਮੁਖ ਸ਼ਬਦ ਹੈ ਉਹ ਗੁਰੂ ਵਾਸਤੇ ਵਰਤਿਆ ਗਿਆ। ਥੋੜ੍ਹਾ ਜਿਹਾ ਧਿਆਨ ਦੇ ਨਾਲ ਇਸ ਚੀਜ਼ ਨੂੰ ਆਪ ਜੀ ਸ਼ਰਵਣ ਕਰਿਓ। ਕਈ ਵਾਰੀ ਮਨ ਦੇ ਅੰਦਰ ਵਿਚਾਰ ਉੱਠਦੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਗੁਰੂ ਹੈ ਉਹ ਕੌਣ ਹੋਵੇਗਾ। ਸਾਧ ਸੰਗਤ ਜੀ, ਹੁਣ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤਾਂ ਗੁਰੂ ਨਾਨਕ ਸਾਹਿਬ ਜੀ ਅੱਗੇ ਆ ਗਏ, ਬਾਅਦ ਵਿੱਚ ਅਮਰਦਾਸ ਜੀ ਆਏ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਕੌਣ ਹੋਵੇਗਾ, ਜਿਹੜੇ ਗੁਰਮੁਖ ਦੀ ਗੱਲ ਕੀਤੀ ਹੈ। ਸਤਿਗੁਰੂ ਜਦੋਂ ਆਪਾਂ ਸਾਧ ਸੰਗਤ ਜੀ ਇਹ ਬਚਨ ਪੜ੍ਹਦੇ ਹਨ ਤੇ ਉਸ ਵਕਤ ਗੁਰੂ ਕੀ ਬਾਣੀ ਨੇ ਸਾਧ ਸੰਗਤ ਜੀ ਇਸ ਗੱਲ ਨੂੰ ਸਪਸ਼ਟ ਕੀਤਾ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਤਤ ਨਿਰੰਜਨ ਜੋਤ ਸਵਾਈ, ਸੋਹੰਗ ਭੇਦ ਨਾ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਗੁਰ ਮਿਲਿਆ ਸੋਈ ਜੀਓ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਉਹ ਅਕਾਲ ਪੁਰਖ ਹੀ ਮੇਰਾ ਗੁਰੂ ਹੈ। ਤੇ ਦੇਖੋ ਆਪਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ, ਪ੍ਰਕਾਸ਼ ਪੁਰਬ ਮਨਾਉਂਦੇ ਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਉਹ ਵੀ ਮਨਾਇਆ ਜਾਂਦਾ ਹੈ। ਅੱਜ ਤੱਕਰ ਕਿਤੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਨਹੀਂ ਮਨਾਇਆ ਗਿਆ। ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਦੀ ਅਰਦਾਸ ਹੁੰਦੀ ਹੈ। ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਦੀ ਅਰਦਾਸ ਹੁੰਦੀ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਕੋਈ ਅਰਦਾਸ ਨਹੀਂ ਹੈ। ਇਹ ਤਾਂ ਆਪ ਹੀ ਸਾਧ ਸੰਗਤ ਜੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਖੁਦ ਅਕਾਲ ਪੁਰਖ ਸਾਧ ਸੰਗਤ ਜੀ ਇਸ ਧਰਤੀ ਦੇ ਉੱਪਰ ਆਇਆ। ਇਸੇ ਕਰਕੇ ਆਪਾਂ ਬਚਨ ਪੜ੍ਹਦੇ ਹਾਂ, ਢਾਡੀ ਬੇਕਾਰ ਕਾਰੈ ਲਾਇਆ, ਰਾਧ ਹੈ ਕੈ ਵਾਰ ਤਰੋ ਫਰਮਾਇਆ। ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ। ਤੇ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਪਾਤਸ਼ਾਹ ਦਰਗਾਹ ਦੇ ਵਿੱਚ ਗਏ, ਵਹੀ ਨਦੀ ਦੇ ਵਿੱਚ ਉਹਨਾਂ ਨੇ ਚੁੱਭੀ ਮਾਰੀ। ਇਤਿਹਾਸ ਸਾਖੀ ਕਰ ਲਿਖਦੇ ਨੇ ਕਿ 3 ਦਿਨ ਪਾਤਸ਼ਾਹ ਜੀ ਅਲੋਪ ਰਹੇ। ਤੇ ਸਾਧ ਸੰਗਤ ਜੀ ਉਸ ਵਕਤ ਦੀ ਇਹ ਵਿਚਾਰਧਾਰਾ ਲਿਖੀ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੱਚਖੰਡ ਦੇ ਵਿੱਚ ਗਏ ਤੇ ਉੱਥੋਂ ਸਾਧ ਸੰਗਤ ਜੀ ਅਕਾਲ ਪੁਰਖ ਦੇ ਨਾਲ ਇੱਕ ਵਾਰਤਾਲਾਪ ਹੋਈ ਹੈ। ਤੇ ਗੁਰੂ ਉਸ ਅਕਾਲ ਪੁਰਖ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਸ਼ਬਦ ਦਾ ਸਰੂਪਾ ਦਿੱਤਾ ਗਿਆ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧ ਸੰਗਤ ਜੀ ਆ ਕੇ ਸ਼ਬਦ ਦੇ ਨਾਲ ਤਪਦੀ ਹੋਈ ਇਸ ਦੁਨੀਆ ਨੂੰ ਠਾਰਿਆ ਹੈ। ਇਸੇ ਕਰਕੇ ਮਹਾਰਾਜ ਆਖਦੇ ਨੇ, ਤਤ ਨਿਰੰਜਨ ਜੋਤ ਸਵਾਈ, ਸੋਹੰਗ ਭੇਦ ਨਾ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਗੁਰ ਮਿਲਿਆ ਸੋਈ ਜੀਓ। ਤੇ ਜਦੋਂ ਆਪਾਂ ਸਾਧ ਸੰਗਤ ਜੀ ਅਗਲਾ ਬਚਨ ਪੜ੍ਹਦੇ ਹਨ, ਇੱਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਧ ਗੋਸ਼ਟ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਚਰਚਾ ਕੀਤੀ, ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਗੁਰਮੁਖ ਵੇਦੰ ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰਮੁਖ ਦਾ ਅਰਥ ਹੈ ਗੁਰੂ, ਨਾਦ ਦਾ ਅਰਥ ਹੈ ਸਾਧ ਸੰਗਤ ਜੀ ਆਵਾਜ਼।
ਸਾਡੇ ਵਾਸਤੇ ਨਾਦ ਹੀ ਸਾਧ ਸੰਗਤ ਜੀ ਗੁਰਮੁਖ ਹੈ। ਜਿਹੜੇ ਹਿੰਦੂ ਵੀਰ ਵੇਦਾਂ ਦਾ ਪਾਠ ਕਰਦੇ ਆ, ਸਤਿਕਾਰਯੋਗ ਹੈ ਸਾਧ ਸੰਗਤ ਜੀ। ਇਹ ਗ੍ਰੰਥ 4 ਵੇਦ ਹੋਏ ਨੇ, ਬੜੇ ਹੀ ਸੋਹਣੇ ਹੈ ਤੇ ਬੜੇ ਹੀ ਸਤਿਕਾਰਯੋਗ ਹੈ, ਪੜ੍ਹਨ ਵਾਲੇ ਹੈ। ਤੇ ਪਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਸਾਡੇ ਵਾਸਤੇ ਵੇਦ ਵੀ ਗੁਰੂ ਹੈ ਤੇ ਸਾਡੇ ਵਾਸਤੇ ਨਾਦ ਵੀ ਸਾਡਾ ਗੁਰੂ ਹੈ। ਅਗਾਂਹ ਜਾ ਕੇ ਗੱਲ ਸਪਸ਼ਟ ਹੋ ਜਾਵੇਗੀ ਜਦੋਂ ਆਪਾਂ ਸਿੱਧ ਗੋਸ਼ਟ ਦੀ ਬਾਣੀ ਪੜ੍ਹਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਕੋਲ ਗਏ ਤੇ ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕੀਤੇ ਤੇ ਸਿੱਧ ਆਖਣ ਲੱਗੇ, ਕਵਨ ਮੂਲ ਕਵਨ ਮਤ ਵੇਲਾ, ਕਵਨ ਗੁਰੂ ਜਿਸ ਕਾ ਤੂੰ ਚੇਲਾ। ਹੁਣ ਉੱਥੇ ਵੀ ਸਿੱਧਾਂ ਨੇ ਸਵਾਲ ਕਰ ਦਿੱਤਾ ਕਿ ਇੱਕ ਗੱਲ ਦੱਸ, ਤੇਰਾ ਗੁਰੂ ਕੌਣ ਹੈ? ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ, ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਕਿਹੜਾ ਗੁਰੂ ਹੈ, ਤੂੰ ਕਿਹਦਾ ਚੇਲਾ ਹੈ? ਤੇ ਨਾਲ ਹੀ ਇੱਕ ਸਾਧ ਸੰਗਤ ਜੀ ਰਮਜ ਰੱਖ ਦਿੱਤੀ ਤੇ ਮਹਾਰਾਜ ਨੂੰ ਆਖਣ ਲੱਗੇ, ਸਿੱਧ ਕਵਨ ਮੂਲ ਕਵਨ ਮਤ ਵੇਲਾ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਹੜਾ ਪਵਨ ਆਰੰਭ ਸਤਿਗੁਰ ਮਤ ਬੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਫਿਰ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਕਵਨ ਮੂਲ, ਕਵਨ ਮੂਲ ਦਾ ਮਤਲਬ ਹੈ ਕਿ ਜਿਹੜਾ ਸਾਡਾ ਸਰੀਰਾਂ ਦਾ ਮੂਲ ਕਿਆ ਹੈ, ਸੰਸਾਰ ਦਾ ਮੂਲ ਕਿਆ ਹੈ। ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਆਖ ਦਿੱਤਾ, ਪਵਨ ਆਰੰਭ, ਪੂਰੇ ਸੰਸਾਰ ਦਾ ਜੇ ਕੋਈ ਮੂਲ ਹੈ ਨਾ ਉਹ ਹੈ ਹਵਾ। ਤੇ ਜੇ ਸੰਸਾਰ ਦੇ ਵਿੱਚ ਹਵਾ ਨਾ ਹੋਵੇ, ਨਾ ਮਨੁੱਖ ਜੀਂਦਾ ਰਹਿ ਸਕਦਾ ਹੈ, ਨਾ ਪਸ਼ੂ ਜੀਂਦਾ ਰਹਿ ਸਕਦਾ ਹੈ। ਸਾਰਿਆਂ ਦਾ ਸਾਧ ਸੰਗਤ ਜੀ ਮੂਲ ਹੈ ਹਵਾ। ਪਾਤਸ਼ਾਹ ਜੀ ਆਖਦੇ ਨੇ ਪਵਨ ਆਰੰਭ, ਸਿੱਧ ਆਖਦੇ ਨੇ ਕਵਨ ਮੂਲ, ਕਿ ਸਾਨੂੰ ਮੂਲ ਦਾ, ਸਾਨੂੰ ਮੁੱਢ ਦਾ ਸੰਸਾਰ ਚੱਲਦਾ ਕਿਵੇਂ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਪਵਨ ਆਰੰਭ, ਹਵਾ ਦੇ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ। ਹਵਾ ਦੇ ਨਾਲ ਹੀ ਜੀਵ ਜੰਤੂ ਸਾਧ ਸੰਗਤ ਜੀਂਦੇ ਹਨ, ਹਵਾ ਦੇ ਨਾਲ ਹੀ ਮਨੁੱਖ ਜੀਂਦਾ ਹੈ। ਤੇ ਪਾਤਸ਼ਾਹ ਜੀ ਆਖਣ ਲੱਗੇ, ਪਵਨ ਆਰੰਭ ਸਤਿਗੁਰ ਮਤ ਵੇਲਾ। ਤੇ ਪਵਨ ਆਰੰਭ ਭਾਵ ਕਿ ਹਵਾ ਤੋਂ ਚੱਲਦਾ ਹੈ ਤੇ ਇਹ ਬੇਲਾ ਹੈ ਸਤਿਗੁਰੂ ਦੀ ਮਤ ਲੈਣ ਦਾ। ਤੇ ਪਾਤਸ਼ਾਹ ਜੀ ਆਖਣ ਲੱਗੇ, ਜਦੋਂ ਸਿੱਧ ਆਖਦੇ ਨੇ ਤੇਰਾ ਕਵਨ ਗੁਰੂ, ਤੇ ਉਸ ਵਕਤ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਸ਼ਬਦ ਗੁਰੂ, ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਗੁਰਮੁਖ ਨਾਦੰ, ਨਾਦੰਗ ਦਾ ਮਤਲਬ ਹੈ ਆਵਾਜ਼, ਨਾਦੰਗ ਦਾ ਮਤਲਬ ਹੈ ਸ਼ਬਦ। ਤੇ ਸਾਧ ਸੰਗਤ ਜੀ ਗੁਰਸਿੱਖਾਂ ਵਾਸਤੇ ਸ਼ਬਦ ਹੀ ਸਾਡੇ ਵਾਸਤੇ ਗੁਰੂ ਹੈ। ਗੁਰਸਿੱਖਾਂ ਵਾਸਤੇ ਸਾਧ ਸੰਗਤ ਜੀ ਸ਼ਬਦ ਹੀ ਸਾਡੇ ਵਾਸਤੇ ਉਤਮ ਹੈ। ਇੱਥੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਮੇਰਾ ਗੁਰੂ ਵੀ ਸ਼ਬਦ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਮੈਂ ਆਪਣੀ ਸੁਰਤ ਨੂੰ ਉਸ ਸ਼ਬਦ ਦਾ ਚੇਲਾ ਬਣਾ ਦਿੱਤਾ ਹੈ। ਤੇ ਸਾਧ ਸੰਗਤ ਜੀ ਇਸੇ ਕਰਕੇ ਪਾਤਸ਼ਾਹ ਜੀ ਆਖਣ ਲੱਗੇ, ਗੁਰਮੁਖ ਨਾਦੰ। ਤੇ ਜਦੋਂ ਆਪਾਂ ਅਗਲੇਰੀਆਂ ਬਚਨ ਪੜ੍ਹਦੇ ਹਾਂ, ਗੁਰਮੁਖ ਸ਼ਬਦ ਵੈਸੇ ਨਾ ਗੁਰਬਾਣੀ ਦੇ ਵਿੱਚ ਗੁਰੂ ਵਾਸਤੇ ਵੀ ਵਰਤਿਆ ਗਿਆ, ਗੁਰਮੁਖ ਸ਼ਬਦ ਸਿੱਖ ਵਾਸਤੇ ਵੀ ਵਰਤਿਆ ਗਿਆ, ਤੇ ਗੁਰਮੁਖ ਸ਼ਬਦ ਅਕਾਲ ਪੁਰਖ ਵਾਸਤੇ ਹੀ ਵਰਤਿਆ ਗਿਆ। ਜਿਹੜਾ ਗੁਰਮੁਖ ਸ਼ਬਦ ਹੈ ਇਹ ਕਈ ਸਾਧ ਸੰਗਤ ਜੀ ਰੰਗਾਂ ਦੇ ਵਿੱਚ ਆਪਾਂ ਨੂੰ ਮਿਲਦਾ ਹੈ। ਖੈਰ ਪਾਤਸ਼ਾਹ ਜੀ ਆਖਣ ਲੱਗੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਸਾਡੇ ਵਾਸਤੇ ਗੁਰਮੁਖ ਗੁਰੂ ਹੀ ਨਾਦ ਹੈ, ਗੁਰੂ ਹੀ ਵੇਦ ਹੈ, ਤੇ ਗੁਰੂ ਹੀ ਸਾਡੇ ਵਾਸਤੇ ਸਾਧ ਸੰਗਤ ਜੀ ਉਪਦੇਸ਼ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਸਾਧ ਸੰਗਤ ਜੀ ਈਸ਼ਰ, ਈਸ਼ਰ ਦਾ ਮਤਲਬ ਹੈ ਸਾਧ ਸੰਗਤ ਜੀ ਸ਼ਿਵ ਜੀ। ਗੁਰ ਈਸਰ ਗੁਰ ਗੋਰਖ, ਇੱਥੇ ਸਾਧ ਸੰਗਤ ਜੀ ਜਿਹੜਾ ਗੋਰਖ ਦਾ ਮਤਲਬ ਹੈ ਨਾ, ਗੋਰਖ, ਜੇ ਆਪਾਂ ਇਹਨੂੰ ਛੰਦੀ ਛੇਦ ਕਰਕੇ ਪਾਠ ਕਰੀਏ ਨਾ ਸਾਧ ਸੰਗਤ ਜੀ, ਜਿਹੜਾ ਗੋ ਆਖਦੇ ਨੇ ਸਾਧ ਸੰਗਤ ਜੀ ਧਰਤੀ ਨੂੰ, ਤੇ ਰਖ ਆਖਦੇ ਨੇ ਰਖਵਾਲੇ ਨੂੰ। ਵਿਦਵਾਨਾਂ ਨੇ ਇਹਦੇ ਦੋ ਤਰ੍ਹਾਂ ਦੇ ਨਾਲ ਅਰਥ ਕੀਤੇ ਆ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਹੜਾ ਗੋ ਰਖ ਭਾਵ ਕਿ ਦੁਨੀਆ ਨੂੰ ਰੱਖਣ ਵਾਲਾ, ਵਿਦਵਾਨ ਆਖਦੇ ਨੇ ਕਿ ਪਹਿਲੀ ਗੱਲ ਹੈ ਸ਼ਿਵ ਜੀ। ਗੁਰ ਈਸਰ, ਈਸਰ ਆਖਦੇ ਨੇ ਸਾਧ ਸੰਗਤ ਜੀ ਸ਼ਿਵ ਜੀ ਨੂੰ। ਤੇ ਗੋ ਰਖ
ਇਹ ਮਨੋਤ ਮੰਨੀ ਗਈ ਹੈ। ਜਿਹੜਾ ਵਿਸ਼ਨੂੰ ਭਗਵਾਨ ਹੋਇਆ ਉਹ ਧਰਤੀ ਨੂੰ ਪਾਲਦਾ ਹੈ, ਭਾਵ ਕਿ ਧਰਤੀ ਨੂੰ ਰੱਖਦਾ ਹੈ। ਗੋਰਖ ਧਰਤੀ ਨੂੰ ਪਾਲਣ ਵਾਲਾ। ਪਾਤਸ਼ਾਹ ਜੀ ਆਖਣ ਲੱਗੇ ਗੁਰ ਈਸਰ ਗੁਰ ਗੋਰਖ ਬ੍ਰਹਮਾ ਸਾਧ ਸੰਗਤ ਜੀ ਜਿਹੜਾ ਗਿਆਨ ਦਾ ਦਾਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਸਾਡੇ ਵਾਸਤੇ ਗੁਰੂ ਹੀ ਈਸ਼ਰ ਹੈ, ਗੁਰੂ ਹੀ ਸ਼ਿਵ ਰੂਪ ਹੈ, ਤੇ ਸਾਡਾ ਗੁਰੂ ਹੀ ਸਾਧ ਸੰਗਤ ਜੀ ਵਿਸ਼ਨੂੰ ਰੂਪ ਹੈ, ਤੇ ਸਾਡਾ ਗੁਰੂ ਹੀ ਬ੍ਰਹਮਾ ਹੈ, ਤੇ ਸਾਡਾ ਗੁਰੂ ਹੀ ਪਾਰਵਤੀ ਮਾਈ ਹੈ। ਤੇ ਜੇ ਤੁਸੀਂ ਸਟੀਕ ਪੜ੍ਹੋ ਨਾ ਪ੍ਰੋਫੈਸਰ ਸਾਹਿਬ ਸਿੰਘ ਦੀ, ਉਹਦੇ ਵਿੱਚ ਸਾਧ ਸੰਗਤ ਜੀ ਇਹ ਸਪਸ਼ਟ ਲਿਖਿਆ ਗਿਆ, ਭਾਵੇਂ ਕਿ ਚਲੋ ਜਿਹੜੇ ਪੁਰਾਣੇ ਪਾਠ ਜਿਹੜੀਆਂ ਸੰਸਥਾਵਾਂ ਹਨ ਉਹ ਸਿਖਾਉਂਦੀਆਂ ਨੇ ਗੁਰ ਈਸਰ ਗੁਰੂ ਗੋਰਖ ਬ੍ਰਹਮਾ ਗੁਰ, ਉਹ ਇੱਥੇ ਜਾ ਕੇ ਜਿਹੜਾ ਇਹ ਵਿਸਰਾਮ ਲਗਾਉਂਦੀਆਂ ਨੇ ਪਾਠ ਦਾ। ਪਰ ਜਦੋਂ ਆਪਾਂ ਅਰਥਾਂ ਨੂੰ ਦੇਖਾਂਗੇ ਸਾਧ ਸੰਗਤ ਜਿਹੜਾ ਇਹਦਾ ਵਿਸਰਾਮ ਸਹੀ ਮਾਇਨੇ ਦੇ ਵਿੱਚ ਇੱਦਾਂ ਹੈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਅਰਥ ਵੀ ਸਪਸ਼ਟ ਹੁੰਦੇ ਨੇ ਕਿ ਸਾਡੇ ਵਾਸਤੇ ਸਾਡਾ ਗੁਰੂ ਹੀ ਪਾਰਵਤੀ ਹੈ, ਸਾਡੇ ਵਾਸਤੇ ਸਾਡਾ ਗੁਰੂ ਹੀ ਬ੍ਰਹਮਾ ਹੈ, ਸਾਡੇ ਵਾਸਤੇ ਸਾਡਾ ਗੁਰੂ ਹੀ ਸਾਧ ਸੰਗਤ ਜੀ ਵਿਸ਼ਨੂੰ ਹੈ, ਸਾਡੇ ਵਾਸਤੇ ਸਾਡਾ ਗੁਰੂ ਹੀ ਸ਼ਿਵ ਜੀ ਹੈ। ਮੇਰੀ ਕਹਿਣ ਤੋਂ ਮੁਰਾਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਸਾਡਾ ਗੁਰੂ ਹੀ ਸਾਡੇ ਵਾਸਤੇ ਸਭ ਕੁਝ ਹੈ। ਆਪਾਂ ਆਪਣੇ ਗੁਰੂ ਤੋਂ ਬਗੈਰ ਕਿਸੇ ਹੋਰ ਪਾਸੇ ਨਹੀਂ ਜਾਂਦੇ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਪਾਤਸ਼ਾਹ ਜੀ ਆਖਣ ਲੱਗੇ ਕਿ ਯਾਦ ਰੱਖਿਓ ਸਾਧ ਸੰਗਤ ਜੀ ਕਿਵੇਂ ਗੁਰੂ ਆਪਣੇ ਸੇਵਕ ਨੂੰ ਰੱਖਦਾ ਹੈ। ਸਾਧ ਸੰਗਤ ਜੀ ਜਦੋਂ ਆਪਾਂ ਸਿੱਧ ਗੋਸ਼ਟ ਦੀ ਬਾਣੀ ਪੜ੍ਹਦੇ ਹਨ ਉਹਦੇ ਅੰਦਰ ਇੱਕ ਪਾਵਨ ਪਵਿੱਤਰ ਬਚਨ ਮਿਲਦਾ ਹੈ, ਤੇ ਜਿਹਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਗੁਰਮੁਖ ਬੰਧਿਓ ਸੇਤ ਵਿਧਾਤੈ। ਸੇਤ ਆਖਦੇ ਨੇ ਪੁਲ ਨੂੰ, ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਇੱਥੇ ਬਹੁਤ ਵਧੀਆ ਇੱਕ ਸਾਧ ਸੰਗਤ ਜੀ ਵਿਚਾਰ ਸਾਡੇ ਅੱਗੇ ਰੱਖੀ ਹੈ। ਜਦੋਂ ਆਪਾਂ ਪੜ੍ਹਦੇ ਨਾ ਗੁਰਮੁਖ ਨਾਦੰ ਗੁਰਮੁਖ ਵੇਦੰ, ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਗੁਰਮੁਖ ਵੰਦਿਓ ਸੇਤ ਵਿਧਾਤੈ ਲੰਕਾ ਲੂਟੀ ਦੈਤ ਸੰਤਾਪੈ। ਜਦੋਂ ਸਿੱਧ ਗੋਸ਼ਟ ਦੀ ਬਾਣੀ ਪੜ੍ਹਦੇ ਆ ਉਹਦੇ ਵਿੱਚ ਇਹ ਪਾਵਨ ਪਵਿੱਤਰ ਪੰਕਤੀਆਂ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਜਿਵੇਂ ਨਾ ਕਹਿੰਦੇ ਰਾਮ ਚੰਦਰ ਜੀ ਨੇ ਜਦੋਂ ਲੰਕਾ ਦੇ ਵਿੱਚ ਜਾਣਾ ਸੀ ਤੇ ਉਸ ਵਕਤ ਉਹਨਾਂ ਨੇ ਇੱਕ ਸਮੁੰਦਰ ਦੇ ਉੱਪਰ ਪੁਲ ਬਣਾਇਆ, ਸੇਤ ਆਖਦੇ ਨੇ ਪੁਲ ਨੂੰ। ਇਸੇ ਤਰ੍ਹਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਤੂੰ ਗੁਰੂ ਨੂੰ ਗੁਰੂ ਦੇ ਨਾਲ ਜੁੜ ਕੇ ਗੁਰੂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਗੁਰੂ ਵਾਲਾ ਬਣ ਕੇ ਜੇ ਤੂੰ ਭਵ ਸਾਗਰ ਨੂੰ ਸਾਧ ਸੰਗਤ ਜੀ ਪਾਰ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਗੁਰੂ ਦਾ ਇੱਕ ਪੁਲ ਬਣਾਉਣਾ ਪਵੇਗਾ, ਭਾਵ ਕਿ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਨੂੰ ਲੈ ਕੇ ਆਉਣਾ ਪਵੇਗਾ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਗੁਰਮੁਖ ਵਾਧਿਓ ਸੇਤ ਵਿਧਾਂਤੈ ਲੰਕਾ ਲੂਟੀ ਦੈ ਸੰਤਾਪੈ। ਗੁਰਮੁਖ ਮਾਰਿਓ ਇਹ ਰਾਵਣ ਰਾਮਚੰਦ ਮਾਰਿਓ ਇਹ ਰਾਵਣ ਬੇਭੇਦ ਭਵਿੱਖਣ ਗੁਰਮੁਖ ਪਰਚਾਇਣ। ਪਾਤਸ਼ਾਹ ਜੀ ਆਖਣ ਲੱਗੇ ਕਿ ਜਿਵੇਂ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀ ਨਾ, ਜਦੋਂ ਆਪਾਂ ਗੁਰਮੁਖ ਸਾਧ ਸੰਗਤ ਜੀ ਗੁਰਮੁਖ ਦੇ ਲੜ ਲੱਗਦੇ ਆ। ਮੈਂ ਫਿਰ ਬੇਨਤੀ ਕਰਾਂ, ਗੁਰਮੁਖ ਸ਼ਬਦ ਸਿੱਖ ਵਾਸਤੇ ਵੀ ਵਰਤਿਆ ਗਿਆ, ਗੁਰਮੁਖ ਸ਼ਬਦ ਗੁਰੂ ਵਾਸਤੇ ਵੀ ਵਰਤਿਆ ਗਿਆ, ਗੁਰਮੁਖ ਸ਼ਬਦ ਅਕਾਲ ਪੁਰਖ ਵਾਸਤੇ ਹੀ ਵਰਤਿਆ ਗਿਆ। ਤੇ ਜਦੋਂ ਆਪਾਂ ਗੁਰਮੁਖ ਦੇ ਲੜ ਲੱਗਦੇ ਹਾਂ, ਗੁਰੂ ਦੇ ਲੜ ਲੱਗਦੇ ਹਾਂ, ਜਿਵੇਂ ਰਾਮਚੰਦ ਮਾਰਿਓ ਇਹ ਰਾਵਣ। ਸਾਧ ਸੰਗਤ ਜੀ ਜਦੋਂ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਨਾ, ਕਿਵੇਂ ਮਾਰਿਆ ਸੀ? ਹੁਣ ਪਹਿਲਾਂ ਰਾਮਚੰਦਰ ਜੀ ਨੇ ਆਪਣੀ ਸੈਨਾ ਲੈ ਕੇ ਗਏ, ਪੁਲ ਬਣਾਇਆ, ਦਰਿਆ ਨੂੰ ਪਾਰ ਕੀਤਾ, ਰਾਵਣ ਦੇ ਕੋਲ ਗਏ, ਬਥੇਰੇ ਤੀਰ ਚਲਾਏ, ਕਈ ਕੁਝ ਕੀਤਾ, ਪਰ ਸਾਧ ਸੰਗਤ ਜੀ ਰਾਵਣ ਨੂੰ ਉਦੋਂ ਮਾਰਿਆ ਗਿਆ ਜਦੋਂ ਭੇਦ ਭੀਖਣ, ਜਿਸ ਵਕਤ ਸਾਧ ਸੰਗਤ ਜੀ ਉਹਦੇ ਆਪਣੇ ਭਰਾ ਨੇ ਹੀ ਭੇਦ ਦੇ ਦਿੱਤਾ ਸੀ ਕਿ ਰਾਵਣ ਨੇ ਤਾਂ ਖਤਮ ਹੋਣਾ ਜੇ ਤੂੰ ਤੀਰ ਇਹਦੀ ਨਾਭੀ ਦੇ ਵਿੱਚ ਮਾਰੇਂਗਾ। ਜਦੋਂ ਆਪਣੇ ਭਰਾ ਨੇ ਸਾਧ ਸੰਗਤ ਜੀ ਇਹ ਭੇਦ ਦਿੱਤਾ ਸੀ ਨਾ, ਭੇਦ ਮਤਲਬ ਕਿ ਦੱਸ ਦਿੱਤਾ ਸੀ। ਇਸੇ ਤਰ੍ਹਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਜਦੋਂ ਤੂੰ ਗੁਰੂ ਦੇ ਲੜ ਲੱਗੂਗਾ ਤੇ ਸਾਧ ਸੰਗਤ ਜੀ ਗੁਰੂ ਦੇ ਲੜ ਲੱਗਿਆਂ ਹੀ ਤੂੰ ਸਤਿਗੁਰੂ ਪਾਤਸ਼ਾਹ ਜੀ ਫਿਰ ਤੈਨੂੰ ਭੇਦ ਦੇ ਦਿੰਦੇ ਨੇ, ਤੈਨੂੰ ਤਰੀਕਾ ਦੱਸ ਦਿੰਦੇ ਨੇ ਕਿਵੇਂ ਤੂੰ ਕਾਮ ਨੂੰ ਮਾਰ ਕੇ, ਕਿਵੇਂ ਤੂੰ ਵਿਸ਼ੇ ਵਿਕਾਰਾਂ ਨੂੰ ਮਾਰ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਸਕਦਾ ਹੈ।
ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇੱਕ ਆਪਾਂ ਸਾਖੀ ਦੇਖ ਲੈਂਦੇ ਹਾਂ ਕਿ ਕਿਵੇਂ ਗੁਰੂ ਨੂੰ ਜਪਣ ਵਾਲੇ ਗੁਰੂ ਦੇ ਉੱਪਰ ਵਿਸ਼ਵਾਸ ਕਰਦੇ ਨੇ, ਕਿਵੇਂ ਉਹਨਾਂ ਦਾ ਭਰੋਸਾ ਹੁੰਦਾ ਹੈ। ਇਹ ਗੁਰੂ ਕਾ ਸਿੱਖ ਹੋਇਆ ਸਾਧ ਸੰਗਤ ਜੀ, ਜਦੋਂ ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ ਨਾ ਤੇ ਉਸ ਵਕਤ ਭਾਈ ਤਿਲਕੂ ਜੀ ਦਾ ਜ਼ਿਕਰ ਮਿਲਦਾ ਹੈ। ਤੇ ਭਾਈ ਤਿਲਕੂ ਜੀ ਆਪਣੇ ਨਜ਼ਦੀਕ ਹੀ ਸਾਧ ਸੰਗਤ ਜੀ ਗੜ੍ਹਸ਼ੰਕਰ ਇਲਾਕੇ ਦਾ ਰਹਿਣ ਵਾਲਾ ਸੀ ਤੇ ਇਹਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਗਤ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਨਾਮ ਲਿਆ, ਚਰਨ ਪਹੁ ਲਈ। ਜਿਹੜੇ ਸਾਖੀਕਾਰ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਕੇ ਨਾ ਪਾਤਸ਼ਾਹ ਤੋਂ ਨਾਮ ਲੈ ਕੇ ਇਹਨੇ ਦਿਨ ਰਾਤ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਜਪਿਆ। ਗੜ੍ਹਸ਼ੰਕਰ ਦਾ ਰਹਿਣ ਵਾਲਾ ਸੀ। ਇੱਥੇ ਇੱਕ ਹੋਰ ਜੋਗੀ ਰਹਿੰਦਾ ਸੀ ਤੇ ਉਹਨੇ ਸਾਧ ਸੰਗਤ ਜੀ ਇੱਕ ਦੰਭ ਰਚਿਆ ਤੇ ਉਹਨੇ ਇੱਕ ਪ੍ਰਚਾਰ ਕੀਤਾ ਇਸੇ ਇਲਾਕੇ ਦੇ ਵਿੱਚ ਕਿ ਜਿਹੜਾ ਕੋਈ ਬੰਦਾ ਮੇਰੇ ਦਰਸ਼ਨ ਕਰੇ ਨਾ ਉਹਨੂੰ 1 ਸਾਲ ਵਾਸਤੇ ਜਿਹੜਾ ਸਵਰਗ ਹਾਸਲ ਹੋ ਸਕਦਾ ਹੈ। ਤੇ ਸਾਧ ਸੰਗਤ ਜੀ ਲੋਕਾਂ ਦੀ ਉਸ ਵਕਤ ਭੀੜ ਲੱਗੀ ਉਸ ਜੋਗੀ ਨੂੰ ਦੇਖਣ ਵਾਸਤੇ, ਦਰਸ਼ਨ ਕਰਨ ਵਾਸਤੇ। ਤੇ ਜਦੋਂ ਉਹਨੇ ਇਹ ਪ੍ਰਚਾਰ ਕੀਤਾ ਲੋਕ ਲਾਈਨਾਂ ਬਣਾ ਕੇ, ਕਤਾਰਾਂ ਬਣਾ ਕੇ ਜੋਗੀ ਦੇ ਦਰ ਦੇ ਉੱਪਰ ਜਾਣ ਲੱਗੇ। ਸਾਰੇ ਜਾ ਕੇ ਦਰਸ਼ਨ ਕਰਦੇ ਹੈ। ਉਹਦਾ ਇੱਕੋ ਹੀ ਇੱਕ ਮਸਲਾ ਸੀ ਕਿ ਜਿਹੜਾ ਇਹ ਤਿਲਕੂ ਹੈ ਇਹਨੂੰ ਮੈਂ ਆਪਣੇ ਚਰਨਾਂ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ। ਬੜੇ ਲੋਕ ਹੈ ਸਾਧ ਸੰਗਤ ਜੀ ਅੱਜ ਵੀ ਗੁਰੂ ਕੇ ਸਿੱਖ ਹੈ ਨਾ ਕਿਸੇ ਤਰੀਕੇ ਸਾਧ ਸੰਗਤ ਜੀ ਉਹ ਇਹੀ ਯਤਨ ਕਰਦੇ ਨੇ ਕਿ ਇਹ ਬੰਦਾ ਸਾਡੇ ਅੱਗੇ ਆ ਕੇ ਝੁਕੇ। ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਜੋਗੀ ਨੇ ਕੀਤਾ ਸੀ ਭਾਈ ਤਿਲਕੂ ਦੇ ਨਾਲ। ਤੇ ਉਹਦਾ ਕੰਮ ਇਹੀ ਸੀ ਕਿ ਜਦੋਂ ਸਾਰੀ ਦੁਨੀਆ ਆ ਜਾਵੇਗੀ, ਸਾਰਾ ਇਲਾਕਾ ਆ ਜਾਵੇਗਾ ਤੇ ਸਾਰੇ ਲੋਕ ਇਹ ਚਾਹਤ ਰੱਖਦੇ ਨੇ ਕਿਤੇ ਨਾ ਕਿਤੇ ਭਾਈ ਤਿਲਕੂ ਦੇ ਅੰਦਰ ਵੀ ਇਹ ਚਾਹਤ ਹੋਵੇਗੀ ਕਿ ਮੈਂ ਜਿਹੜਾ ਸਵਰਗ ਨੂੰ ਹਾਸਲ ਕਰ ਸਕਾਂ। ਪਰ ਯਾਦ ਰੱਖਿਓ ਕਬੀਰ ਸਾਹਿਬ ਜੀ ਦਾ ਵਚਨ ਹੈ, ਕਬੀਰ ਸਾਹਿਬ ਆਖਣ ਲੱਗੇ ਕਬੀਰ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਜਿਹੜੇ ਸਤਿਗੁਰੂ ਦੇ ਸੰਗ ਲੱਗ ਜਾਂਦੇ ਨਾ, ਜਿਹੜੇ ਗੁਰੂ ਦੇ ਗੁਰੂ ਵਾਲੇ ਬਣ ਜਾਂਦੇ ਸਾਧ ਸੰਗਤ ਜੀ, ਕਬੀਰ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਯਾਦ ਰੱਖਿਓ ਹੁਣ ਨਾ ਮੈਨੂੰ ਸਵਰਗ ਦੀ ਕੋਈ ਇੱਛਾ ਹੈ ਤੇ ਨਾ ਕੋਈ ਮੈਨੂੰ ਨਰਕ ਦੀ ਕੋਈ ਟੈਨਸ਼ਨ ਹੈ। ਜਿਹੜੇ ਗੁਰਮੁਖ ਹਨ ਸਾਧ ਸੰਗਤ ਜੀ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਨੇ। ਇਸੇ ਕਰਕੇ ਜਦੋਂ ਉਹ ਜੋਗੀ ਨੇ ਦੇਖਿਆ ਕਿ ਭਾਈ ਤਿਲਕੂ ਨਹੀਂ ਆ ਰਿਹਾ, ਉਹਨੇ ਆਪਣੇ ਵੱਲੋਂ ਸਾਧ ਸੰਗਤ ਜੀ ਕੁਝ ਇੱਕ ਬੰਦੇ ਵੀ ਭੇਜੇ। ਤੇ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੇ ਜਾ ਕੇ ਭਾਈ ਤਿਲਕੂ ਦਾ ਜਿਹੜਾ ਦਰਵਾਜ਼ਾ ਖੜਕਾਇਆ, ਜਾ ਕੇ ਆਖਣ ਲੱਗੇ ਭਾਈ ਸਾਹਿਬ ਤੁਹਾਨੂੰ ਜਿਹੜਾ ਜੋਗੀ ਨੇ ਬੁਲਾਇਆ ਹੈ ਉਹ ਆਖਦੇ ਨੇ ਉੱਥੇ ਇੱਕ ਮਨੋਤ ਮੰਨੀ ਗਈ ਹੈ ਕਿ ਜੋਗੀ ਦਾ ਜਿਹੜਾ ਦਰਸ਼ਨ ਕਰੇਗਾ ਉਹਨੂੰ 1 ਸਾਲ ਵਾਸਤੇ ਸਵਰਗ ਹਾਸਲ ਹੋਵੇਗਾ। ਤੇ ਭਾਈ ਤਿਲਕੂ ਨੂੰ ਜਾ ਕੇ ਉਹ ਆਖਣ ਲੱਗੇ ਕਿ ਤੁਸੀਂ ਆਓ, ਤੁਸੀਂ ਵੀ ਦਰਸ਼ਨ ਕਰੋ, ਤੁਹਾਨੂੰ ਵੀ ਸਵਰਗ ਜਿਹੜਾ ਹਾਸਲ ਹੋ ਜਾਵੇਗਾ। ਸਾਰੇ ਇਲਾਕੇ ਨੇ ਆ ਕੇ ਦਰਸ਼ਨ ਕਰ ਲਏ, ਤੁਸੀਂ ਕਿਉਂ ਬੈਠੇ ਹੋ? ਤੇ ਉਸ ਵਕਤ ਭਾਈ ਤਿਲਕੂ ਆਖਣ ਲੱਗਿਆ ਮੈਨੂੰ ਲੋੜ ਨਹੀਂ ਹੈ ਦਰਸ਼ਨ ਕਰਦੀ, ਨਹੀਂ ਮੈਂ ਇੱਥੇ ਹੀ ਠੀਕ ਹੈ। ਤੇ ਸਾਧ ਸੰਗਤ ਜੀ ਜਦੋਂ ਜਾ ਕੇ ਜੋਗੀ ਨੂੰ ਦੱਸਿਆ, ਜੋਗੀ ਬੜਾ ਹੈਰਾਨ ਹੋਇਆ ਕਿ ਜਿਹਦੇ ਵਾਸਤੇ ਮੈਂ ਕੰਮ ਕੀਤਾ ਉਹੀ ਬੰਦਾ ਮੇਰੇ ਕੋਲ ਨਹੀਂ ਆ ਰਿਹਾ ਤੇ ਉਹੀ ਜਿਹੜਾ ਬੰਦਾ ਮੈਂ ਆਪਣੇ ਕੋਲ ਲੈ ਕੇ ਆਉਣਾ ਚਾਹੁੰਦਾ। ਤੇ ਸਾਧ ਸੰਗਤ ਜੀ ਉਹ ਅਖੀਰਕਾਰ ਉਹ ਜੋਗੀ ਉੱਠ ਕੇ ਫਿਰ ਆਪ ਤਿਲਕੂ ਦੇ ਘਰੇ ਗਿਆ, ਭਾਈ ਤਿਲਕੂ ਦੇ ਘਰੇ ਗਿਆ ਤੇ ਅੱਗੇ ਜਾ ਕੇ ਸਾਧ ਸੰਗਤ ਜੀ ਉਹ ਦਰਵਾਜ਼ਾ ਖੜਕਾਉਂਦਾ ਹੈ। ਤੇ ਉਸ ਵਕਤ ਉਹਨੇ ਬਾਹਰੋਂ ਆਵਾਜ਼ ਮਾਰੀ ਕਿ ਜੇ ਤੁਸੀਂ ਨਹੀਂ ਆਉਣਾ ਚਾਹੁੰਦੇ ਤਾਂ ਮੇਰੇ ਮਨ ਦੇ ਅੰਦਰ ਭਾਵਨਾ ਹੈ ਜਿੱਥੇ ਇਲਾਕੇ ਨੂੰ ਸਵਰਗ ਦੇ ਜਿਹੜੀ ਸਵਰਗ ਮਿਲ ਸਕਦਾ ਹੈ ਤੇ ਤੁਹਾਨੂੰ ਵੀ ਸਵਰਗ ਮਿਲ ਜਾਵੇ। ਤੁਸੀਂ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਹੋ, ਇਸ ਕਰਕੇ ਮੈਂ ਚੱਲ ਕੇ ਖੁਦ ਤੁਹਾਡੇ ਕੋਲ ਆਇਆ, ਤੁਸੀਂ ਮੇਰੇ ਦਰਸ਼ਨ ਕਰ ਲਵੋ। ਸਾਧ ਸੰਗਤ ਜੀ ਲਾਲਸਾ ਇਹੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਗੁਰਮੁਖ ਮੇਰੇ ਚਰਨਾਂ ਦੇ ਵਿੱਚ ਝੁਕ ਜਾਵੇ, ਲਾਲਸਾ ਇਹੀ ਸੀ। ਪਰ ਜਿਹੜਾ ਬਾਹਰੋਂ ਜਵਾਬ ਦਿੰਦਾ ਨਾ ਇਹੋ ਜਿਹਾ ਸਾਧ ਸੰਗਤ ਜੀ ਉਹਨੇ ਇੱਕ ਪ੍ਰਸ਼ਨ ਸਵਾਲ ਕੀਤਾ ਕਿ ਮੈਂ ਖੁਦ ਚੱਲ ਕੇ ਆਇਆ, ਤੁਸੀਂ ਮੇਰੇ ਦਰਸ਼ਨ ਕਰ ਲਓ। ਤੇ ਉਸ ਵਕਤ ਸਾਧ ਸੰਗਤ ਜੀ ਭਾਈ ਤਿਲਕੂ ਜੀ ਨੇ ਉਹਦੇ ਫਿਰ ਵੀ ਦਰਸ਼ਨ ਨਹੀਂ ਕੀਤੇ, ਕਿਉਂਕਿ ਜਿਹੜੇ ਗੁਰੂ ਵਾਲੇ ਹੁੰਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਆਪਣੇ ਗੁਰੂ ਦੇ ਉੱਪਰ ਭਰੋਸਾ, ਉਹਨਾਂ ਨੂੰ ਆਪਣੇ ਗੁਰੂ ਦੇ ਉੱਪਰ ਯਕੀਨ ਹੋਣਾ ਚਾਹੀਦਾ। ਇਸੇ ਕਰਕੇ ਆਪਾਂ ਬਚਨ ਪੜ੍ਹਿਆ ਮਨ ਰੱਖੀਐ ਭਾਓ। ਜੇ ਸਾਡੇ ਅੰਦਰ ਪ੍ਰੇਮ ਨਹੀਂ, ਜੇ ਸਾਡੇ ਅੰਦਰ ਸ਼ਰਧਾ ਨਹੀਂ ਹੈ ਸਾਧ ਸੰਗਤ ਜੀ, ਫਿਰ ਜਿਹੜੇ ਸਾਡੇ ਇਹ ਕੀਤੇ ਕਰਮ ਇੱਕ ਫੋਕਟ ਕਰਮ ਬਣ ਜਾਂਦੇ ਨੇ।
ਪਰ ਆਪਾਂ ਯਤਨ ਕਰੀਏ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਸਾਧ ਸੰਗਤ ਜੀ ਆਪਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੀਏ, ਗੁਰੂ ਪਾਤਸ਼ਾਹ ਦੇ ਨਾਮ ਨੂੰ ਜਪੀਏ। ਇਸੇ ਕਰਕੇ ਸਾਹਿਬ ਜੀ ਆਖਦੇ ਨੇ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ 부ਝਾਈ। ਐ ਗੁਰੂ ਪਾਤਸ਼ਾਹ ਤੁਸੀਂ ਆਪ ਕਿਰਪਾ ਕਰੋ, ਮੈਨੂੰ ਉਸ ਇੱਕ ਪਰਮਾਤਮਾ, ਇੱਕ ਅਕਾਲ ਪੁਰਖ ਨੂੰ ਜਿਹੜਾ ਮੇਰੇ ਅੰਦਰ ਵਸ ਜਾਵੇ, ਉਹਦੀ ਸੋਝੀ ਆ ਜਾਵੇ। 부ਝਾਈ ਦਾ ਮਤਲਬ ਮੈਨੂੰ ਬੁੱਝ ਜਾਵੇ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਜਿਹੜੇ ਸਾਰਿਆਂ ਜੀਵਾਂ ਦਾ ਦਾਤਾ ਹੈ, ਜਿਹੜੇ ਸਾਰਿਆਂ ਜੀਆਂ ਨੂੰ ਸਾਧ ਸੰਗਤ ਜੀ ਰਿਜ਼ਕ ਦੇਣ ਵਾਲਾ ਹੈ, ਸੋ ਮੈਂ ਵਿਸਰ ਨਾ ਜਾਈ, ਉਹ ਮੇਰੇ ਮਨ ਦੇ ਅੰਦਰੋਂ ਕਿਤੇ ਵਿਸਰ ਨਾ ਜਾਵੇ। ਸਾਧ ਸੰਗਤ ਜੀ ਜਦੋਂ ਆਪਾਂ ਗਲੇਰੀ ਪੌੜੀ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਤੀਰਥ ਨਹਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਹਾਏ ਕਰੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਵਿਚਾਰ ਬਖਸ਼ਿਸ਼ ਕੀਤੀ ਹੈ, ਤੀਰਥ ਨਹਾਵਾ। ਭਾਵੇਂ ਕਿ ਆਪਾਂ ਇਹ ਪਿਛਲੇ ਦਿਨਾਂ ਵਿੱਚ ਵਿਚਾਰ ਵੀ ਚੁੱਕੇ ਹਾਂ, ਸੋਚੈ ਸੋਚ ਨਾ ਹੋਵਈ, ਇੱਥੇ ਵੀ ਤੀਰਥ ਦੀ ਗੱਲ ਸੀ। ਇੱਥੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਤੀਰਥ ਨਹਾਵਾ, ਮੈਂ ਤੀਰਥ ਦੇ ਉੱਪਰ ਤਾਂ ਨਹਾਣ ਜਾਵਾਂ ਜੇ ਤਿਸ ਭਾਵਾਂ, ਜੇ ਤੈਨੂੰ ਭਾ ਜਾਵੇ, ਤੈਨੂੰ ਭਾਵ ਚੰਗਾ ਲੱਗਦਾ, ਫਿਰ ਤਾਂ ਤੀਰਥ ਦੇ ਉੱਪਰ ਜਾਣ ਦਾ ਮੈਨੂੰ ਫਾਇਦਾ। ਤੇ ਜੇ ਹੁਣ ਤੈਨੂੰ ਚੰਗਾ ਹੀ ਨਹੀਂ ਲੱਗਦਾ, ਫਿਰ ਮੈਨੂੰ ਜਾਣ ਦਾ ਕੀ ਫਾਇਦਾ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਹਾਏ ਕਰੀ। ਜੇ ਤੇਰੀ ਰਜ਼ਾ ਨਹੀਂ ਹੈ, ਜੇ ਤੇਰਾ ਭਾਣਾ ਨਹੀਂ ਹੈ, ਫਿਰ ਮੈਨੂੰ ਉੱਥੇ ਨਹਾਣ ਦਾ ਕੀ ਫਾਇਦਾ ਹੈ। ਸਾਧ ਸੰਗਤ ਜੀ ਇਸੇ ਕਰਕੇ ਗੁਰਬਾਣੀ ਨੇ ਦੇਖੋ ਵਾਰ-ਵਾਰ ਗੱਲ ਕੀਤੀ ਹੈ, ਨਹਾਣ ਦੇ ਨਾਲ ਸਾਧ ਸੰਗਤ ਜੀ ਪਰਮਾਤਮਾ ਹਾਸਲ ਨਹੀਂ ਹੁੰਦਾ। ਗੁਰੂ ਕੀ ਬਾਣੀ ਨੇ ਅਨੇਕਾਂ ਜ਼ਿਕਰ ਕੀਤੇ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਸਾਹਿਬ ਆਖਦੇ ਨੇ, ਜਲ ਕੈ ਮਜਨ ਜੇ ਗਤ ਹੋਵੇ, ਨਿਤ ਨਿਤ ਮੇਂਢ ਕੋ ਨਹਾਵੈ, ਜੈਸੇ ਮੇਂਢ ਕੋ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ। ਕਹਿੰਦੇ ਜਿਵੇਂ ਡੱਡੂ ਵਾਰ-ਵਾਰ ਪਾਣੀ ਦੇ ਵਿੱਚ ਨਹਾਉਂਦਾ, ਛਾਲ ਮਾਰਦਾ ਹੈ, ਬਾਹਰ ਆਉਂਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਜੇ ਆਪਾਂ ਸੋਚੀਏ ਕਿ ਨਹਾਣ ਦੇ ਨਾਲ ਰੱਬ ਮਿਲਦਾ ਹੋਵੇ, ਮਹਾਰਾਜ ਕਹਿੰਦੇ ਨਹੀਂ ਮਿਲ ਸਕਦਾ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਜੇ ਤੇਰੀ ਰਜ਼ਾ ਨਹੀਂ ਹੈ, ਜੇ ਤੇਰਾ ਭਾਣਾ ਨਹੀਂ ਹੈ, ਫਿਰ ਸਾਧ ਸੰਗਤ ਜੀ ਸਾਨੂੰ ਤੀਰਥਾਂ ਦੇ ਉੱਪਰ ਨਹਾਣ ਦਾ ਕੋਈ ਫਾਇਦਾ ਨਹੀਂ ਹੈ। ਮੈਂ ਰਾਤ ਵੀ, ਕਿਉਂਕਿ ਮਾਣੇਵਾਲ ਪਿੰਡ ਦੇ ਵਿੱਚ ਵੀ ਜਪਜੀ ਸਾਹਿਬ ਦੀ ਵਿਚਾਰ ਚੱਲ ਰਹੀ, ਉੱਥੇ ਹੀ ਵਿਚਾਰ ਕੀਤੀ ਸੀ। ਜੇ ਆਪਾਂ ਤੀਰਥਾਂ ਦੇ ਉੱਪਰ ਨਹਾਣ ਜਾਂਦੇ ਨਾ ਸਾਧ ਸੰਗਤ, ਜਿਵੇਂ ਗੰਗਾ ਹੈ, ਬਹੁਤ ਲੋਕ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ, ਪਰ ਜਿਹੜਾ ਇਹਦਾ ਅਸਲ ਜਿਹੜਾ ਟੀਚਾ ਹੈ, ਮਕਸਦ ਹੈ ਉੱਥੇ ਇਸ਼ਨਾਨ ਕਰਨ ਦਾ, ਉਹ ਸਾਧ ਸੰਗਤ ਜੀ ਵਿਦਵਾਨ ਪੁਰਸ਼ ਲਿਖਦੇ ਨੇ, ਜਿਹੜਾ ਇਹ ਪਾਣੀ ਹੈ ਪਹਾੜਾਂ ਦੇ ਵਿੱਚੋਂ ਆਉਂਦਾ ਹੈ, ਪਹਾੜਾਂ ਦੇ ਝਰਨਿਆਂ ਦੇ ਵਿੱਚੋਂ ਪਾਣੀ ਆਉਂਦਾ ਹੈ। ਤੇ ਇਹ ਪਾਣੀ ਸਾਧ ਸੰਗਤ ਜਦੋਂ ਨਾ ਪਹਾੜਾਂ ਦੇ ਵਿੱਚੋਂ ਆਉਂਦਾ, ਕੁਝ ਕੁ ਜਿਹੜੇ ਪਹਾੜ ਉਹ ਗੰਧਕ ਦੇ ਬਣੇ ਹੋਏ ਨੇ, ਉੱਥੇ ਗੰਧਕ ਦਾ ਜਿਹੜਾ ਸਾਧ ਸੰਗਤ ਜੀ ਜਦੋਂ ਇਹ ਪਾਣੀ ਗੰਧਕ ਦੇ ਨਾਲ ਟੱਚ ਹੁੰਦਾ ਹੈ, ਤੇ ਜਦੋਂ ਇਹ ਪਾਣੀ ਜਿਹੜੀਆਂ ਜੜੀ ਬੂਟੀਆਂ ਪਹਾੜਾਂ ਦੇ ਵਿੱਚ ਹੁੰਦੀਆਂ ਉਹਨਾਂ ਦੇ ਨਾਲ ਟੱਚ ਹੁੰਦਾ, ਇਹ ਪਾਣੀ ਦੇ ਵਿੱਚ ਗੰਧਕ ਮਿਲ ਜਾਂਦੀ ਹੈ। ਤੇ ਫਿਰ ਜਿਹੜਾ ਬੰਦਾ ਉਸ ਗੰਧਕ ਵਾਲੇ ਪਾਣੀ ਦੇ ਵਿੱਚ ਜਾ ਕੇ ਨਹਾਉਂਦਾ, ਜੇ ਉਹਦੀ ਚਮੜੀ ਨੂੰ ਰੋਗ ਲੱਗਿਆ ਹੋਵੇ ਨਾ, ਜਿਵੇਂ ਖਾਰਸ਼ ਦਾ ਰੋਗ ਹੁੰਦਾ ਹੈ, ਤੇ ਫਿਰ ਉਹ ਰੋਗ ਹਟ ਜਾਂਦਾ ਹੈ। ਇਹੀ ਕਾਰਨ ਸੀ ਸਾਧ ਸੰਗਤ ਜੀ ਇਹਨਾਂ ਨਦੀਆਂ ਦੇ ਵਿੱਚ ਨਹਾਉਣ ਦਾ। ਪਰ ਜਿਹੜੇ ਲੋਕ ਸਾਧ ਸੰਗਤ ਜੀ, ਲੋਕ ਜਾ ਕੇ ਠੀਕ ਹੋਏ, ਲੋਕਾਂ ਨੇ ਦੇਖਿਆ, ਜਿਹੜੇ ਸਿਆਣੇ ਲੋਕ ਸਨ, ਪੰਡਤ ਲੋਕ ਸਾਧ ਸੰਗਤ ਜੀ, ਉਹਨਾਂ ਨੇ ਦੇਖਿਆ ਕਿ ਲੋਕ ਪਾਣੀ ਦੇ ਵਿੱਚ ਠੀਕ ਹੁੰਦੇ ਆ, ਉਹਨਾਂ ਨੇ ਨਾਲ ਆਪਣੇ ਸਾਧ ਸੰਗਤ ਜੀ ਢਿੱਡ ਦਾ ਵੀ ਮਸਲਾ ਜੋੜ ਲਿਆ। ਸਿੱਧੀ ਜੀ ਗੱਲ ਹੈ ਕਿ ਉਹਨਾਂ ਨੇ ਇਸ ਨਹਾਣ ਨੂੰ ਸਾਧ ਸੰਗਤ ਜੀ ਧਰਮ ਦੇ ਨਾਲ ਜੋੜ ਕੇ ਰੱਖ ਦਿੱਤਾ ਕਿ ਜੇ ਕੋਈ ਬੰਦਾ ਗੰਗਾ ਦੇ ਵਿੱਚ ਆ ਕੇ ਇਸ਼ਨਾਨ ਕਰੇ, ਉਹਦਾ ਜਿਹੜਾ ਪਾਪ ਕੱਟਿਆ ਜਾਵੇਗਾ, ਸਰੀਰ ਦੇ ਰੋਗ ਦੂਰ ਹੋਣਗੇ। ਅਸਲ ਕਾਰਨ ਤਾਂ ਇਹੀ ਸੀ ਕਿਉਂਕਿ ਇਹ ਪਾਣੀ ਗੰਧਕ ਵਾਲਾ ਹੈ, ਗੰਧਕ ਦੇ ਵਿੱਚੋਂ ਹੋ ਕੇ ਆਉਂਦਾ, ਇਸ ਕਰਕੇ ਜਿਹੜਾ ਸਾਡਾ ਸਰੀਰ ਦਾ ਰੋਗ ਹੈ ਚਮੜੀ ਦਾ, ਉਹ ਹਟ ਜਾਂਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਨਹਾਣ ਦੇ ਨਾਲ ਤੇਰੇ ਸਰੀਰ ਦੇ ਰੋਗ ਤਾਂ ਹਟ ਸਕਦੇ ਆ, ਪਰ ਨਹਾਣ ਦੇ ਨਾਲ ਤੂੰ ਰੱਬ ਨੂੰ ਨਹੀਂ ਮਿਲ ਸਕਦਾ। ਪਾਤਸ਼ਾਹ ਜੀ ਆਖਣ ਲੱਗੇ, ਤੀਰਥ ਨਹਾਵਾ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਹਾਏ ਕਰੀ, ਜੇਤੀ ਸ੍ਰਿਠ ਉਪਾਈ ਵੇਖਾਂ, ਬਿਨ ਕਰਮਾਂ ਕੇ ਮਿਲੈ ਲਈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਜੇਤੀ, ਜੇਤੀ ਦਾ ਮਤਲਬ ਹੈ ਜਿੰਨੀ ਵੀ,
ਸਿਰਠ, ਸਿਰਠ ਦਾ ਮਤਲਬ ਹੈ ਸ੍ਰਿਸ਼ਟੀ। ਜੇਤੀ ਸਿਰਠ ਉਪਾਈ ਵੇਖਾਂ, ਮਾਲਕ ਜੀ ਜਿੰਨੀ ਵੀ ਸ੍ਰਿਸ਼ਟੀ ਮੈਂ ਦੇਖਦਾ ਪਿਆ, ਬਿਨ ਕਰਮਾਂ ਕੇ ਮਿਲੇ ਲਈ, ਬਗੈਰ ਕਰਮਾਂ ਤੋਂ ਕਿਸੇ ਨੂੰ ਇੱਥੇ ਕੁਝ ਹਾਸਲ ਨਹੀਂ ਹੁੰਦਾ। ਹੁਣ ਕਈ ਵਾਰੀ ਇੱਥੇ ਸਾਧ ਸੰਗਤ ਜੀ ਮਨ ਦੇ ਅੰਦਰ ਇਹ ਵਿਚਾਰ ਉੱਠਦੀ ਹੈ ਕਿ ਜੇ ਕਰਮ ਹੀ ਸਾਡੇ ਸਾਧ ਸੰਗਤ ਜੀ ਇੰਨੇ ਬਲਵਾਨ ਹੈ, ਤੇ ਫਿਰ ਜਿਹੜੇ ਲੋਕ ਗੁਰਦੁਆਰੇ ਨਹੀਂ ਆਉਂਦੇ ਜਾਂ ਬਾਣੀ ਨਹੀਂ ਪੜ੍ਹਦੇ, ਉਹ ਬੰਦੇ ਆਖ ਵੀ ਦਿੰਦੇ ਕਿ ਸਾਡੇ ਕਰਮਾਂ ਦੇ ਵਿੱਚ ਨਹੀਂ ਹੈ। ਸਾਧ ਸੰਗਤ ਜੀ ਇਹ ਕਰਮ ਲਿਖਦਾ ਕੌਣ ਹੈ? ਇਹ ਕਰਮ ਪਰਮਾਤਮਾ ਨਹੀਂ ਲਿਖਦਾ, ਇਹ ਕਰਮ ਆਪਾਂ ਖੁਦ ਸਾਧ ਸੰਗਤ ਜੀ ਤਿਆਰ ਕਰਦੇ ਹਾਂ। ਇਸੇ ਕਰਕੇ ਮਹਾਰਾਜ ਆਖ ਦੱਦਾ ਦੋਸ਼ ਨਾ ਦਿਓ ਕਿਸ਼ੈ, ਦੋਸ਼ ਕਰਮਾਂ ਆਪਣਿਆਂ। ਮਹਾਰਾਜ ਕਹਿੰਦੇ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ। ਕਰਮ ਦਾ ਮਤਲਬ ਕੀ ਹੈ? ਤੇਰੇ ਆਪਣੇ ਕੰਮ ਦਾ ਦੋਸ਼ ਹੈ। ਜਿਹੜਾ ਤੂੰ ਕੰਮ ਮਾੜਾ ਕਰਦਾ ਸੀ ਉਹਦੇ ਰਿਕਾਰਡਿੰਗ ਹੀ ਜਿਹੜੀ ਤੈਨੂੰ ਸਜ਼ਾ ਮਿਲਣੀ ਹੈ। ਜੇ ਤੇਰਾ ਕੰਮ ਸਹੀ ਹੋਵੇਗਾ ਤੇ ਤੈਨੂੰ ਸਾਧ ਸੰਗਤ ਜੀ, ਜਿਵੇਂ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਕੋਈ ਬੰਦਾ ਚਾਕਰ ਹੋਵੇ, ਕੰਮ ਸਹੀ ਕਰਦਾ ਹੋਵੇ, ਮਾਲਕ ਉਹਨੂੰ ਆਪਣੇ ਵੱਲੋਂ ਵਧੀਆ ਸਾਧ ਸੰਗਤ ਜੀ ਤਨਖਾਹ ਦਿੰਦਾ, ਨਾਲ ਹੋਰ ਉਹਦੀ ਜਿਹੜੀ ਹੈਲਪ ਮਦਦ ਕਰ ਦਿੰਦਾ ਹੈ। ਪਰ ਜੇ ਹੁਣ ਨੌਕਰ ਸਾਧ ਸੰਗਤ ਜੀ ਕਰਮ ਮਾੜਾ ਕਰੇ ਤੇ ਫਿਰ ਉਹਦੀ ਸਜ਼ਾ ਮਿਲਦੀ ਹੈ। ਕਰਮ ਹੀ ਸਾਧ ਸੰਗਤ ਜੀ ਜਿਹੜੇ ਹੈ ਸਾਨੂੰ ਅਗਾਂਹ ਜਾ ਕੇ ਪਾਤਸ਼ਾਹ ਆਖਦੇ ਨੇ ਤੇਰੇ ਕਰਮਾਂ ਦੇ ਰਿਕਾਰਡਿੰਗ ਹੀ ਤੈਨੂੰ ਸਭ ਕੁਝ ਮਿਲਣਾ ਹੈ, ਬਿਨ ਕਰਮਾਂ ਕੇ ਮਿਲੇ ਲਈ। ਪਾਤਸ਼ਾਹ ਆਖਣ ਲੱਗੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਮਤ ਵਿੱਚ ਰਤਨ ਜਵਾਹਰ ਮਾਣਕ। ਸਾਧ ਸੰਗਤ ਜੀ ਮੈਂ ਮੇਰੇ ਖਿਆਲ ਨਾਲ ਸੰਗਰਾਂਦ ਵਾਲੇ ਦਿਨ ਵੀ ਇਹ ਬੇਨਤੀ ਕੀਤੀ ਸੀ ਕਿ ਸਾਡੀ ਮੱਤ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਜਿਵੇਂ ਨਾ ਬਾਹਰ ਇੱਕ ਕੀਮਤੀ ਖਜ਼ਾਨੇ ਹੈ, ਸੋਨਾ ਹੈ, ਰਤਨ ਹੈ, ਹੀਰੇ ਮੋਤੀ ਹੈ। ਪਾਤਸ਼ਾਹ ਜੀ ਆਖਣ ਲੱਗੇ ਜਿਵੇਂ ਇਹ ਧਰਤੀ ਦੇ ਵਿੱਚ ਪੈਦਾ ਹੋਏ ਨਾ, ਸੋਨਾ ਵੀ ਧਰਤੀ ਦੇ ਵਿੱਚੋਂ ਨਿਕਲਦਾ ਹੈ, ਹੀਰੇ ਸਾਧ ਸੰਗਤ ਜੀ ਧਰਤੀ ਦੇ ਵਿੱਚੋਂ, ਕੋਲੇ ਦੀਆਂ ਖਾਨਾਂ ਦੇ ਵਿੱਚੋਂ ਨਿਕਲਦੇ ਹਨ। ਜਿਹੜੇ ਮੋਤੀ ਹੈ ਸਾਧ ਸੰਗਤ ਜੀ ਸਾਗਰਾਂ ਦੀ ਤਹਿ ਦੇ ਵਿੱਚ ਪਏ ਹੋਏ ਨੇ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ ਹੈ ਬੜੇ ਕੀਮਤੀ, ਪਰ ਇਹਨਾਂ ਤੱਕ ਪਹੁੰਚਣ ਵਾਸਤੇ ਬੰਦੇ ਨੂੰ ਇੱਕ ਮਿਹਨਤ ਕਰਨੀ ਪੈਂਦੀ ਹੈ, ਇੱਕ ਸਾਧ ਸੰਗਤ ਜੀ ਮੁਸ਼ੱਕਤ ਕਰਨੀ ਪੈਂਦੀ ਹੈ। ਜੇ ਆਪਾਂ ਪਹਾੜਾਂ ਦਾ ਸੀਨਾ ਪਾੜਾਂਗੇ ਤਾਂ ਜਾ ਕੇ ਸਾਧ ਸੰਗਤ ਜੀ ਸੋਨੇ ਦੀ ਪ੍ਰਾਪਤੀ ਹੁੰਦੀ ਹੈ। ਤੇ ਇੱਕ ਗੱਲ ਯਾਦ ਰੱਖਿਓ, ਹਰ ਇੱਕ ਪਹਾੜ ਦੇ ਵਿੱਚ ਵੀ ਸੋਨਾ ਨਹੀਂ ਹੈ, ਸੋਨਾ ਵੀ ਕਿਸੇ ਵਿਰਲੀ ਜਗ੍ਹਾ ਦੇ ਉੱਪਰ ਹੁੰਦਾ ਹੈ। ਤੇ ਸਾਧ ਸੰਗਤ ਜੀ ਹਰ ਇੱਕ ਕੋਲੇ ਦੀਆਂ ਖਾਨਾਂ ਦੇ ਵਿੱਚੋਂ ਹੀਰੇ ਵੀ ਨਹੀਂ ਨਿਕਲਦੇ, ਤੇ ਹਰ ਇੱਕ ਗੋਤਾ ਲਾਉਣ ਵਾਲੇ ਨੂੰ ਸਮੁੰਦਰ ਦੇ ਵਿੱਚੋਂ ਸਾਧ ਸੰਗਤ ਜੀ ਮੋਤੀ ਪ੍ਰਾਪਤ ਨਹੀਂ ਹੁੰਦੇ, ਕੀਮਤੀ ਖਜ਼ਾਨੇ ਨਹੀਂ ਪ੍ਰਾਪਤ ਹੁੰਦੇ। ਇਹਦੇ ਵਾਸਤੇ ਮਿਹਨਤ ਮੁਸ਼ੱਕਤ ਬਹੁਤ ਕਰਨੀ ਪੈਂਦੀ ਹੈ। ਪਾਤਸ਼ਾਹ ਜੀ ਆਖਣ ਲੱਗੇ ਇੱਕ ਗੱਲ ਯਾਦ ਰੱਖੀ, ਮੱਤ ਵਿੱਚ, ਤੇਰੀ ਮੱਤ ਦੇ ਵਿੱਚ ਹੀ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸੁਖ ਸਿੱਖ ਸੁਣੀ, ਤੇਰੀ ਮੱਤ ਦੇ ਵਿੱਚ ਇਹ ਕੀਮਤੀ ਜਿਹੜਾ ਗਿਆਨ ਪਿਆ ਹੋਇਆ। ਪਰ ਇਹ ਗਿਆਨ ਪ੍ਰਗਟ ਉਦੋਂ ਹੋਣਾ ਜਦੋਂ ਤੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਅੰਦਰ ਵਸਾ ਲਵੇਂ, ਜਦੋਂ ਤੂੰ ਗੁਰੂ ਦੇ ਕਹਿਣੇ ਨੂੰ ਆਪਣੇ ਅੰਦਰ ਵਸਾ ਲਵੇਂ, ਤਾਂ ਜਿਹੜਾ ਇਹ ਗਿਆਨ ਸਾਡੇ ਅੰਦਰ ਪ੍ਰਗਟ ਹੋ ਸਕਦਾ ਹੈ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇਹ ਗੁਰ ਕੀ ਸਿੱਖ ਸੁਣੀ। ਫਿਰ ਪਾਤਸ਼ਾਹ ਜੀ ਆਖਣ ਲੱਗੇ ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪਾਤਸ਼ਾਹ ਜੀ ਆਖਣ ਲੱਗੇ ਐ ਗੁਰੂ, ਐ ਅਕਾਲ ਪੁਰਖ, ਗੁਰਾ ਇੱਕ ਦੇਹ 부ਝਾਈ, ਮੈਨੂੰ ਉਸ ਇੱਕ ਅਕਾਲ ਪੁਰਖ ਦੀ ਸੋਝੀ ਬਖਸ਼ ਦਿਓ ਜਿਹੜਾ ਇੱਕ ਓੰਕਾਰ ਹੈ, ਸ੍ਰਿਸ਼ਟੀ ਦਾ ਪਾਲਕ ਹੈ, ਨਿਰਭਉ ਹੈ, ਨਿਰਵੈਰ ਹੈ, ਜੂਨਾਂ ਤੋਂ ਰਹਿਤ ਹੈ, ਖੁਦ ਆਪ ਸਾਧ ਸੰਗਤ ਜੀ ਸਹਿਭੰਗ ਹੈ, ਸਵਯੰ ਬਣਿਆ ਹੋਇਆ ਹੈ। ਉਸ ਇੱਕ ਦੀ ਮੈਨੂੰ ਸੋਝੀ ਆ ਜਾਵੇ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰੇ ਜੀਆਂ ਦਾ ਦਾਤਾ ਹੈ ਮਾਲਕ ਜੀ, ਉਹ ਮੇਰੇ ਮਨ ਦੇ ਵਿੱਚੋਂ ਵਿਸਰ ਨਾ ਜਾਵੇ, ਹਰ ਵਕਤ ਮੈਂ ਉਹਨੂੰ ਯਾਦ ਰੱਖਾਂ। ਉਹਦੇ ਨਾਲ ਸਾਧ ਸੰਗਤ ਜੀ ਸਾਡਾ ਇੱਕ ਪਿਆਰ ਬਣ ਜਾਵੇ, ਸਨੇਹ ਬਣ ਜਾਵੇ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਇਹ 2 ਪੌੜੀਆਂ ਦੇ ਅੰਦਰ ਜੋ ਬਖਸ਼ਿਸ਼ ਕੀਤੀ ਹੈ, ਆਪ ਜੀ ਦੇ ਸਮਕਸ਼ ਬੇਨਤੀ ਕੀਤੀ, ਭਾਵ ਅਰਥ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਬੱਚੇ ਸਮਝ ਕੇ ਮੁਆਫ ਕਰਿਓ। ਸਤਿਗੁਰੂ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਅਗਲੇਰੀ ਜਿਹੜੀ ਵਿਚਾਰ ਹੈ ਆਪਾਂ ਕੱਲ੍ਹ ਵਿਚਾਰਾਂਗੇ। ਅਗਲੀ ਪੌੜੀ ਹੈ ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ।
ਸਾਧ ਸੰਗਤ ਜੀ ਇਹਦੀ ਵਿਚਾਰ ਆਪਾਂ ਕੱਲ੍ਹ ਕਰਾਂਗੇ। ਅੱਜ ਦੀ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੇ। ਭੁੱਲ ਚੁੱਕ ਦੀ ਖਿਮਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਿਮਰਤ ਸੁਆਮੀ ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂ। ਪੁਨੀਤ ਕਹਿਤ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸੰਗਤ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠੈ ਸਭ ਪੁਜਾਏ ਦੇਵ ਬਹਾਦਰ ਸਿਮਰਿਆ ਕਰ ਨਾਉ ਨਿਤ ਆਵੇ ਧਾਏ। ਸਭ ਥਾਈ ਹੋਏ ਸਾਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪੰਜਾਂ ਪਿਆਰਿਆਂ ਚੋਹਾਂ ਸਭ ਜਾਤਿਆਂ 40 ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਦੇਹ ਵਾਹੀ। ਦੇਖ ਕੇ ਅੰਡ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬਾਣ ਕਟਾਏ। ਕੋਪਰੀਆਂ ਲਵਾਈਆਂ ਦਰਖੜੀਆਂ ਤੇ ਚੜੇ ਕਿਨਾਰੇ ਨਾਲ ਚੜਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵੇ। ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਤ ਦੇਖ ਤੇ ਫਤਿਹ ਵਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ।
ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਦੇ ਰਾਖੇ ਆਪ ਵਾਹਿਗੁਰੂ। ਹੈ ਅਕਾਲ ਪੁਰਖ ਜੀ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਨੂੰ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਹੈ, ਮਹਾਰਾਜ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹਿਣ ਮਾਣਿਓ ਕੇ ਮਾਣ ਸਤਿਗੁਰੂ ਜੀਓ, ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ, ਨਿਗਦਿਆਂ ਦੀ ਗੱਦ ਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਮਹਾਰਾਜ ਆਪ ਜੀ ਨੇ ਤਖਤ ਸਾਹਿਬ ਤੇ ਵਿਰਾਜਮਾਨ ਹੋ ਕਰਕੇ ਸਿੱਖ ਸੰਗਤ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਹੈ। ਮਹਾਰਾਜ ਜੀਓ ਆਪ ਜੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਹਜ਼ੂਰੀ ਵਿੱਚ ਵਿਚਰਦੇ ਆ। ਸਤਿਗੁਰੂ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰੋ। ਆਪਣੇ ਦਰੋਂ ਕੋਲੋਂ ਆਪ ਜੀ ਨੇ ਸਮਤ ਬਖਸ਼ਿਸ਼ ਕਰਨੀ। ਪਾਤਸ਼ਾਹ ਸਤਿਗੁਰੂ ਜੀ ਉਹ ਸ਼ੁੱਧ ਬਾਣੀ ਪੜ੍ਹਨ ਦੀ, ਵਿਚਾਰ ਕਰਨ ਦੀ ਆਪ ਜੀ ਨੇ ਸਮਰੱਥਾ ਬਖਸ਼ਿਸ਼ ਕਰਨੀ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੇਅੰਤ ਸਿੱਖ ਸੰਗਤਾਂ ਤਿਲ ਫੁੱਲ ਭਟਾਵਾਂ ਲੈ ਕੇ ਆਪ ਜੀ ਦੇ ਦਰ ਤੇ ਹਾਜ਼ਰ ਹੋਏ। ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਭਟਾਵਾਂ ਪ੍ਰਵਾਨ ਕਰਨੀਆਂ, ਸਭਨਾਂ ਦਾ ਕਦਮ ਕਦਮ ਲੇਖੇ ਵਿੱਚ ਲਾਣਾ, ਪਰਿਵਾਰਾਂ ਦੀ ਚੜ੍ਹਦੀ ਕਲਾ ਕਰਨੀ। ਆਪਣੇ ਦਰੋਂ ਕਰੋ ਸਭਨਾਂ ਨੂੰ ਗੁਰੂ ਮਤ ਗੁਰੂ ਸਿੱਖੀ ਜੀਵਨ ਬਖਸ਼ਿਸ਼ ਕਰਨੇ, ਦਰ ਘਰ ਦਾ ਪਿਆਰ ਬਖਸ਼ਣਾ, ਦਰ ਘਰ ਦੀ ਸੇਵਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ ਆਪ ਜੀ ਦੇ ਬਖਸ਼ਿਆ ਹੋਏ ਭੰਡਾਰਿਆਂ ਦੇ ਵਿੱਚੋਂ ਪੰਜ ਅੰਮ੍ਰਿਤਮਈ ਕੜਾ ਪ੍ਰਸ਼ਾਦ ਇੱਕ ਸੱਜ ਕੇ ਹਾਜ਼ਰ ਹੋਈ ਹੈ। ਪ੍ਰਸ਼ਾਦ ਤਿਆਰ ਕਰਦੇ ਹਾਂ, ਹੋਈਆਂ ਸੁੱਖ ਭੁੱਲਾਂ ਦੀ ਖਿਮਾ ਕਰੋ। ਆਪ ਜੀ ਦੇ ਦਰ ਤੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕੇ ਸੋ ਆਪ ਜੀ ਦਾ ਸਤਨਾਮ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਮਹਾਰਾਜ ਆਪ ਜੀ ਕਰੋ ਕਿਰਪਾ ਮੁਖਾਰਬਿੰਦ ਤੋਂ ਅਲਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰੋ ਜੀ। ਭੁੱਲਾਂ ਦੀ ਖਿਮਾ ਕਰੋ, ਸਹੀ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਨਾਹੀ ਕਛ ਹਉ ਨਹੀਂ, ਕਿਛ ਆਹੇ ਨਾ ਮੂਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਵਲ ਵਲ ਜਾਓ ਰਮਈਆ ਕਾਰਨੇ। ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਬਿਸਰੇ ਥੇ ਮਾਧੋ। ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਸਰੇ ਥੇ ਮਾਧੋ। ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ